ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 21 ਦਸੰਬਰ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼ਹੀਦੀ ਜੋੜ ਮੇਲ ਦੀ। ਸਰਬੰਸਦਾਨੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਚਮਕੌਰ ਸਾਹਿਬ ਦੀ ਧਰਤੀ ਤੇ ਸ਼ੁਰੂ ਹੋ ਚੁੱਕੇ ਨੇ। ਕੱਲ ਇਤਿਹਾਸਿਕ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਸ ਦੇ ਕੱਲ ਨੂੰ ਭੋਗ ਪਾਏ ਜਾਣਗੇ। ਜੋੜ ਮੇਲ ਦੇ ਪਹਿਲੇ ਦਿਨ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਰਾਗੀ ਢਾਡੀ ਜਥਿਆਂ ਨੇ ਸੰਗਤ ਨੂੰ ਕਥਾ ਕੀਰਤਨ ਤੇ ਵਖਿਆਨ ਦੇ ਨਾਲ ਇਤਿਹਾਸ ਦੇ ਵਖਿਆਨ ਦੇ ਨਾਲ ਨਿਹਾਲ ਕੀਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਰਿੰਡਾ ਤੋਂ ਪਿੰਡਾਂ ਵਿੱਚ ਹੁੰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਰਾਹੀਂ ਪੈਦਲ ਆ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ ਜੋੜ ਮੇਲ ਦੇ ਦੂਸਰੇ ਦਿਨ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿਆਸੀ ਕਾਨਫਰੰਸਾਂ ਕਰਨਗੀਆਂ। ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹਰ ਵਾਰੀ ਇਹ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਸਿਆਸੀ ਰੈਲੀਆਂ ਦੇ ਵਿੱਚ ਸਿਆਸੀ ਕਾਨਫਰੰਸਾਂ ਦੇ ਵਿੱਚ ਇਤਿਹਾਸ ਦੀ ਗੱਲ ਕੀਤੀ ਜਾਵੇ, ਕੋਈ ਵੀ ਸਿਆਸੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ। ਪਰ ਹਰ ਵਾਰ ਦੇਖਣ ਨੂੰ ਮਿਲਦਾ ਹੈ ਕਿ ਸਿਆਸੀ ਲੀਡਰਾਂ ਦਾ ਮੰਤਵ ਆਪਣੀ ਸਿਆਸਤ ਚਮਕਾਉਣਾ ਹੁੰਦਾ ਹੈ। ਵੱਡੇ ਵੱਡੇ ਇਕੱਠ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਕਰਕੇ ਆਪਣੀ ਗੱਲ ਇਹਨਾਂ ਨੇ ਜ਼ਰੂਰ ਕਰਨੀ ਹੁੰਦੀ ਹੈ, ਪਰ ਜਿਨ੍ਹਾਂ ਨੇ ਇਤਿਹਾਸ ਨੂੰ ਯਾਦ ਕਰਨਾ ਹੈ ਉਹ ਇਤਿਹਾਸ ਦਾ ਵਖਿਆਨ ਕਰਦੇ ਨੇ ਤੇ ਸੁਣਦੇ ਨੇ। ਅੱਲਾ ਯਾਰ ਖਾਨ ਜੋਗੀ ਲਿਖਦੇ ਨੇ, ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵਹ ਕਮ ਹੈ। ਸੱਚ ਦੀ ਲੜਾਈ ਖਾਤਰ ਦਿੱਤੀਆਂ ਗਈਆਂ ਇਹਨਾਂ ਲਾਸਾਨੀ ਸ਼ਹਾਦਤਾਂ ਨੂੰ ਅਸੀਂ ਵੀ ਸਜਦਾ ਕਰਦੇ ਹਾਂ। ਬੁਲੇਟਿਨ ਦੇ ਵਿੱਚ ਅਗਲੀ ਖਬਰ ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਦੱਸ ਦਿੰਦੇ ਹਾਂ। 24 ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਠੰਡ ਦੀਆਂ ਛੁੱਟੀਆਂ ਰਹਿਣਗੀਆਂ। ਇਹਨਾਂ ਦਿਨਾਂ ਦੇ ਵਿੱਚ ਠੰਡ ਵੀ ਪੂਰੇ ਕੜਾਕੇ ਦੀ ਪੈ ਰਹੀ ਹੈ ਤੇ ਮੌਸਮ ਵਿਭਾਗ ਨੇ 23 ਤੇ 24 ਦਸੰਬਰ ਨੂੰ ਸਖਤ ਤੇ ਕੜਾਕੇ ਦੀ ਠੰਡ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਠੰਡ ਹਾਲੇ ਵੱਧਦੀ ਜਾਣੀ ਹੈ, ਕਿਉਂਕਿ 15 ਦਸੰਬਰ ਤੋਂ ਬਾਅਦ ਹੀ ਠੰਡ ਦਾ ਕਹਿਰ ਸ਼ੁਰੂ ਹੋਇਆ। ਸੋ ਸਾਰੇ ਬੱਚੇ ਹੁਣ ਠੰਡ ਦੀਆਂ ਛੁੱਟੀਆਂ ਮਨਾਉਣ, ਖੋਏ ਪਿੰਨੀਆਂ ਖਾਣ ਅਤੇ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਣ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਦੇ ਦੋਸ਼ੀ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋਈ ਹੈ। ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਲੱਭਿਆ ਕਿ ਕਿੱਥੋਂ ਦਾ ਰਹਿਣ ਵਾਲਾ ਸੀ ਜਿਸ ਨੇ ਇਸ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਲੋਕਾਂ ਦਾ ਸਹਿਯੋਗ ਵੀ ਮੰਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੇਅਦਬੀ ਕਰਨ ਦੇ ਪਿੱਛੇ ਵੱਡੀ ਸਾਜ਼ਿਸ਼ ਸੀ ਅਤੇ ਕਮਾਂਡੋ ਟ੍ਰੇਨਿੰਗ ਦਿੱਤੀ ਗਈ ਲੱਗਦੀ ਸੀ ਜਿਸ ਵੀ ਬੰਦੇ ਨੇ ਬੇਅਦਬੀ ਕੀਤੀ ਹੈ, ਕਿਉਂਕਿ 6 ਸਕਿੰਟਾਂ ਦੇ ਵਿੱਚ ਉਹ ਜੰਗਲਾ ਟੱਪ ਕੇ ਅੰਦਰ ਦਾਖਲ ਹੋ ਗਿਆ ਸੀ। SGPC ਪ੍ਰਧਾਨ ਨੇ ਨਾਲ ਹੀ ਸਰਕਾਰਾਂ ਅਤੇ ਪੁਲਿਸ ਤੇ ਕੋਈ ਭਰੋਸਾ ਨਾ ਜਤਾਉਂਦਿਆਂ ਸਿੱਟ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਇਹ ਦਾਅਵਾ ਕੀਤਾ ਹੈ ਕਿ ਜਿਹੜਾ ਮੁਲਜ਼ਮ ਸੀ, ਜਿਹੜਾ ਮਾਰਿਆ ਗਿਆ ਹੈ, ਉਹ ਟਾਸਕ ਫੋਰਸ ਨੂੰ ਝਕਾਨੀ ਦੇ ਕੇ ਸੱਚਖੰਡ 'ਚ ਦਾਖਲ ਹੋਇਆ ਸੀ। ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਜੋ ਪੀੜਤਾਂ ਨੇ ਧਰਨਾ ਲਾਇਆ ਬਹਿਬਲ ਕਲਾਂ ਦੇ ਵਿੱਚ, ਉੱਥੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਸਿਸਟਮ 'ਚੋਂ ਭਰੋਸਾ ਖਤਮ ਹੋਣ ਕਰਕੇ ਹੁਣ ਖੁਦ ਹੀ ਇਨਸਾਫ ਕਰਨ ਲੱਗੇ ਨੇ। ਇੱਕ ਦਿਨ ਪਹਿਲਾਂ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ SGPC ਪ੍ਰਧਾਨ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਕੇ ਹੀ ਮੰਗ ਕੀਤੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਵੇ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਇੱਕ ਜੀਵਤ ਗੁਰੂ ਮੰਨਿਆ ਜਾਂਦਾ ਹੈ, ਨਾ ਕਿ ਕੋਈ ਵਸਤੂ। ਸਿੱਖ ਮਰਿਆਦਾ ਦੇ ਮੁਤਾਬਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਕਾਨੂੰਨ ਦੇ ਮੁਤਾਬਿਕ ਅਜਿਹੇ ਮਾਮਲਿਆਂ ਦੇ ਵਿੱਚ ਸਜ਼ਾ 3 ਸਾਲ ਤੱਕ ਹੋ ਸਕਦੀ ਹੈ ਤੇ ਇਸ ਸਥਿਤੀ ਨਾਲ ਨਜਿੱਠਣ ਲਈ ਇੰਨੀ ਸਜ਼ਾ ਕਾਫੀ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਜਿਹੜਾ ਬਿੱਲ ਪਾਸ ਕੀਤਾ ਹੈ ਉਸ ਦੇ ਵਿੱਚ ਕਿਸੇ ਵੀ ਪਵਿੱਤਰ ਧਾਰਮਿਕ ਗ੍ਰੰਥ ਨੂੰ ਨੁਕਸਾਨ ਪਹੁੰਚਾਉਣ ਲਈ ਉਮਰ ਕੈਦ ਤੱਕ ਦੀ ਵਿਵਸਥਾ ਕੀਤੀ ਗਈ ਹੈ। ਇਹਨਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਦੇ ਵੱਲੋਂ 12 ਅਗਸਤ 2018 ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਭਾਰਤ ਦੇ ਰਾਸ਼ਟਰਪਤੀ ਦੇ ਕੋਲ ਹਾਲੇ ਤੱਕ ਇਹ ਬਿੱਲ ਲਟਕੇ ਪਏ ਨੇ।
ਰੰਧਾਵਾ ਨੇ ਮੰਗ ਕੀਤੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਇਹਨਾਂ ਬਿੱਲਾਂ ਨੂੰ ਜਲਦ ਤੋਂ ਜਲਦ ਪ੍ਰਵਾਨ ਕਰਨ ਅਤੇ ਸੂਬਾ ਸਰਕਾਰ ਇਹਨਾਂ ਨੂੰ ਲਾਗੂ ਕਰ ਸਕੇ। ਉਧਰ ਕਪੂਰਥਲਾ ਦੇ ਬੇਅਦਬੀ ਮਾਮਲੇ ਦੇ ਵਿੱਚ ਇੱਕ ਹੋਰ ਮੋੜ ਆ ਗਿਆ। ਪੁਲਿਸ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਇਸ ਕੇਸ ਦੇ ਵਿੱਚ ਅਸੀਂ ਹਜੇ ਕਤਲ ਦਾ ਕੇਸ ਦਰਜ ਨਹੀਂ ਕੀਤਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਵਿਅਕਤੀ ਦੀ ਸ਼ਨਾਖਤ ਨੂੰ ਪਹਿਲ ਦੇ ਰਹੇ ਹਾਂ। ਇਸ ਲਈ ਕਹਿੰਦੇ ਅਸੀਂ ਮੀਡੀਆ ਦੇ ਨਾਲ ਤੇ ਬਾਕੀ ਸੂਬਿਆਂ ਦੀ ਪੁਲਿਸ ਨਾਲ ਇਸ ਜਿਹੜਾ ਵਿਅਕਤੀ ਮਾਰਿਆ ਗਿਆ ਹੈ, ਨੌਜਵਾਨ ਮਾਰਿਆ ਗਿਆ ਹੈ, ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਜੇ ਸਰਕਾਰ ਪਹਿਲਾਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਮਿਸਾਲੀ ਸਜ਼ਾ ਦਿੰਦੀ ਤਾਂ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਨਾ ਹੁੰਦੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਇਨਸਾਫ ਨਹੀਂ ਦਿੱਤਾ, ਇਸ ਕਰਕੇ ਸਿੱਖਾਂ ਨੂੰ ਇਨਸਾਫ ਖੁਦ ਕਰਨਾ ਪਿਆ ਹੈ। ਅੱਗੇ ਵੀ ਜੇ ਅਜਿਹੀਆਂ ਘਟਨਾਵਾਂ ਵਾਪਰਨਗੀਆਂ ਤੇ ਜੇ ਸਿੱਖ ਸੰਗਤ ਕਿਸੇ ਨੂੰ ਸੋਧਾ ਲਾਏਗੀ, ਦੋਸ਼ੀ ਨੂੰ ਸੋਧਾ ਲਾਏਗੀ ਤਾਂ ਉਸ ਦੀ ਜ਼ਿੰਮੇਵਾਰੀ ਸਿੱਖ ਸੰਗਤ ਦੀ ਨਹੀਂ ਹੋਏਗੀ, ਸਰਕਾਰ ਦੀ ਹੋਏਗੀ। ਨਾਲ ਹੀ ਜਥੇਦਾਰ ਨੇ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਨੂੰ ਬੜਾ ਹੀ ਤਿੱਖਾ ਕਰਾਰਾ ਜਵਾਬ ਦਿੱਤਾ ਹੈ। ਸਿੰਘਵੀ ਨੇ ਕੀ ਕਿਹਾ ਸੀ, ਖਬਰਾਂ ਦੇ ਵਿਸਥਾਰ ਤੁਹਾਨੂੰ ਦੱਸਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਧਾਮਾਂ ਦੀ ਚੌਕਸੀ ਹੈ ਜਿਹੜੀ ਉਹ ਵਧਾ ਦਿੱਤੀ ਹੈ। ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਹੈ। ਡਰੋਨ ਖਰੀਦਣ ਦੀ ਵੀ ਤਿਆਰੀ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਹੈ। ਐਸਜੀਪੀਸੀ ਪ੍ਰਧਾਨ ਨੇ ਗੁਰਦੁਆਰਾ ਮੈਨੇਜਰਾਂ ਨੂੰ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਰਾਬਤਾ ਸਾਧ ਕੇ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸੂਬੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਸਿੱਖਿਆ ਵਿਭਾਗ ਦੇ ਵੱਲੋਂ ਐਜੂਸੈਟ ਰਾਹੀਂ ਉੱਗੀ ਸ਼ਖਸੀਅਤ ਦੇ ਵੱਲੋਂ ਸ਼ਹੀਦੀ ਜੋੜ ਮੇਲ ਦੀ ਮਹਾਨਤਾ ਬਾਰੇ ਲੈਕਚਰ ਕਰਵਾਇਆ ਜਾਵੇਗਾ। ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਇਸ ਸੰਬੰਧੀ ਸਾਰੇ ਵਿਦਿਅਕ ਅਦਾਰੇ ਆਪੋ ਆਪਣੀਆਂ ਸੰਸਥਾਵਾਂ ਵਿੱਚ ਕਿਸੇ ਇੱਕ ਦਿਨ ਘੱਟੋ ਘੱਟ 1 ਘੰਟੇ ਦਾ ਪ੍ਰੋਗਰਾਮ ਕਰਕੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਜੀਵਨੀ ਤੋਂ ਜਾਣੂ ਕਰਵਾਉਣ। ਇਸ ਮੌਕੇ ਸਿੱਖਿਆ ਮੰਤਰੀ ਨੇ ਜੀਵਤ ਕਈ ਹਜ਼ਾਰ ਨਾਂ ਦੇ ਪ੍ਰੋਜੈਕਟ ਦਾ ਪੋਸਟਰ ਵੀ ਰਿਲੀਜ਼ ਕੀਤਾ। ਪੰਜਾਬ ਦੇ ਵਿੱਚ ਉਗਰਾਹਾਂ ਜਥੇਬੰਦੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਮੋਰਚੇ ਸ਼ੁਰੂ ਕਰ ਦਿੱਤੇ ਨੇ ਚੰਨੀ ਸਰਕਾਰ ਦੇ ਖਿਲਾਫ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਈ ਥਾਵਾਂ ਤੇ ਰੇਲਾਂ ਰੋਕ ਲਈਆਂ ਨੇ ਤਾਂ ਫਿਰ ਉਗਰਾਹਾਂ ਦੇ ਜਿਹੜੇ ਜਥੇਬੰਦੀ ਦੀ ਅਗਵਾਈ 'ਚ ਕਿਸਾਨਾਂ ਨੇ ਡੀਸੀ ਦਫ਼ਤਰਾਂ ਨੂੰ ਘੇਰ ਲਿਆ ਹੈ। ਬਲਵੀਰ ਸਿੰਘ ਰਾਜੇਵਾਲ ਨੇ ਆਖਿਰਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਤੌਬਾ ਕਰ ਲਈ ਹੈ। ਲੁਧਿਆਣਾ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਮੋਰਚਾ ਜਿੱਤਿਆ ਜਾ ਚੁੱਕਿਆ ਹੈ, ਲੜਾਈ ਖਤਮ ਹੋ ਚੁੱਕੀ ਹੈ। ਹੁਣ ਬੀਜੇਪੀ ਜਾਂ ਫਿਰ ਕਿਸੇ ਹੋਰ ਜਥੇਬੰਦੀ ਦਾ ਵਿਰੋਧ ਕਰਨ ਦਾ ਮਤਲਬ ਨਹੀਂ ਹੈ। ਹੁਣ ਕਿਸੇ ਜਥੇਬੰਦੀ ਦਾ ਜਾਂ ਪਾਰਟੀ ਦਾ ਵਿਰੋਧ ਨਹੀਂ ਹੈ, ਬਲਕਿ ਸਾਡਾ ਵਿਰੋਧ ਸਿਸਟਮ ਨਾਲ ਹੈ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਚ ਭੇਜੀ ਜਾਣ ਵਾਲੀ 400 ਕਰੋੜ ਰੁਪਏ ਦੀ ਹੈਰੋਇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਦੇ ਵਿੱਚ ਫੜੀ ਗਈ ਹੈ। 6 ਪਾਕਿਸਤਾਨੀ ਨਾਗਰਿਕ ਵੀ ਗ੍ਰਿਫਤਾਰ ਕੀਤੇ ਗਏ ਨੇ। ਗੁਜਰਾਤ ਏਟੀਐਸ ਦੇ ਤੱਟ ਰੱਖਿਅਕਾਂ ਨੇ ਪਾਕਿਸਤਾਨੀ ਕਿਸ਼ਤੀ ਜ਼ਬਤ ਕੀਤੀ ਹੈ। ਇਹਦੇ ਵਿੱਚ ਸਵਾਰ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਦੇ ਬਾਰੇ ਯੂਪੀਐਸਸੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਪਰ ਉਸ ਤੋਂ ਹੀ ਪਹਿਲਾਂ ਕੱਲ੍ਹ ਸੂਬਾ ਸਰਕਾਰ ਨੇ ਚਿੱਠੀ ਲਿਖ ਕੇ ਅਧਿਕਾਰੀਆਂ ਦੀ ਚੋਣ ਲਈ ਕੱਟ ਆਫ ਤਰੀਕ 30 ਸਤੰਬਰ 2021 ਰੱਖਣ ਤੇ ਜ਼ੋਰ ਪਾਇਆ। ਡੀਜੀਪੀ ਦੇ ਅਹੁਦੇ ਲਈ 3 ਅਧਿਕਾਰੀਆਂ ਨੂੰ ਕਮਿਸ਼ਨ ਅੱਜ ਸ਼ਾਰਟਲਿਸਟ ਕਰ ਲਏਗਾ। ਪੰਜਾਬ ਸਰਕਾਰ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਅਧਿਕਾਰੀਆਂ ਦੀ ਚੋਣ ਵੇਲੇ ਯੋਗਤਾ ਦੇਖਦਿਆਂ ਸੇਵਾ ਮੁਕਤੀ ਦੀ ਤਰੀਕ ਮੂਹਰੇ ਕੱਟ ਆਫ ਡੇਟ 30 ਸਤੰਬਰ ਹੀ ਰੱਖੀ ਜਾਵੇ। ਇਸ ਤਰ੍ਹਾਂ ਕਰਨ ਨਾਲ ਮੌਜੂਦਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਅਹੁਦੇ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਹੋ ਜਾਣਗੇ, ਕਿਉਂਕਿ 31 ਮਾਰਚ 2022 ਨੂੰ ਚੱਟੋਪਾਧਿਆਏ ਸੇਵਾ ਮੁਕਤ ਹੋ ਰਹੇ ਨੇ, ਰਿਟਾਇਰ ਹੋ ਰਹੇ ਨੇ। ਤੇ ਜੇ ਯੂਪੀਐਸਸੀ 30 ਸਤੰਬਰ ਨੂੰ ਕੱਟ ਆਫ ਤਰੀਕ ਰੱਖਣ ਲਈ ਤਿਆਰ ਹੋ ਜਾਂਦੀ ਹੈ ਤਾਂ 3 ਅਧਿਕਾਰੀ ਜਿਹੜੇ ਸ਼ਾਰਟਲਿਸਟ ਹੋਣਗੇ ਉਹਨਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸਿਧਾਰਥ ਚੱਟੋਪਾਧਿਆਏ ਦਾ ਹੀ ਨਾਮ ਆਏਗਾ। ਪਟਿਆਲਾ ਦੇ ਵਿੱਚ ਕੈਪਟਨ ਦੀ ਹਮਾਇਤ ਪ੍ਰਾਪਤ ਮੇਅਰ ਸੰਜੀਵ ਬਿੱਟੂ ਨੇ ਕਾਨੂੰਨੀ ਲੜਾਈ ਜਿੱਤ ਲਈ ਹੈ। ਸਰਕਾਰ ਨੇ ਮੁਅੱਤਲੀ ਵਾਲਾ ਮਤਾ ਖੁਦ ਹੀ ਵਾਪਸ ਲੈ ਲਿਆ ਹੈ। ਕੈਪਟਨ ਦੇ ਹਮਾਇਤੀ ਮੇਅਰ ਸੰਜੀਵ ਬਿੱਟੂ ਨੇ ਅਦਾਲਤ ਦੇ ਸਹਾਰੇ ਮੁੜ ਤੋਂ ਮੇਅਰ ਵਾਲੀ ਕੁਰਸੀ ਤੇ ਮੇਅਰ ਵਜੋਂ ਖੁੱਸਿਆ ਰੁਤਬਾ ਸਾਂਭ ਲਿਆ। ਉਧਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਰੌਲੇ ਰੱਪੇ ਦੇ ਬਾਵਜੂਦ ਚੋਣ ਵੋਟਰ ਸੂਚੀਆਂ ਤੇ ਸ਼ਨਾਖਤੀ ਕਾਰਡ ਆਧਾਰ ਨਾਲ ਜੋੜਨ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ, ਜਿਸ ਦਾ ਨਾਮ ਹੈ ਚੋਣ ਸੁਧਾਰ ਬਿੱਲ। ਇਸ ਨੂੰ ਮਹਿਜ਼ ਸੰਖੇਪ ਚਰਚਾ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਚਰਚਾ ਦੌਰਾਨ ਕੁਝ ਵਿਰੋਧੀ ਮੈਂਬਰਾਂ ਨੇ ਮੰਗ ਕੀਤੀ ਸੀ ਕਿ ਇਹ ਬਿੱਲ ਪੁਣਛਾਣ ਦੇ ਲਈ ਸੰਸਦੀ ਕਮੇਟੀ ਦੇ ਹਵਾਲੇ ਕੀਤਾ ਜਾਵੇ, ਪਰ ਸੰਖੇਪ ਚਰਚਾ ਤੋਂ ਬਾਅਦ ਇਸ ਨੂੰ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਕਰ ਦਿੱਤਾ ਗਿਆ ਤਾਂ ਵਿਰੋਧੀ ਮੈਂਬਰਾਂ ਨੇ ਇਸ ਦੀ ਖਿਲਾਫਤ ਕੀਤੀ ਅਤੇ ਇਸ ਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ।
ਇਸ ਬਿੱਲ ਦੇ ਮੁਤਾਬਿਕ 1 ਸਾਲ ਦੇ ਵਿੱਚ 4 ਵਾਰੀ ਵੋਟਾਂ ਬਣਨਗੀਆਂ। ਫੌਜੀ ਵੋਟਰਾਂ ਲਈ ਕਾਨੂੰਨ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਜਨ ਪ੍ਰਤੀਨਿਧ ਐਕਟ ਦੀਆਂ ਧਾਰਾਵਾਂ 'ਚ ਸੋਧ ਹੋਏਗੀ। ਵੋਟਰ ਸੂਚੀਆਂ ਵਿੱਚ ਦੁਹਰਾ ਅਤੇ ਫਰਜ਼ੀ ਵੋਟਿੰਗ ਰੋਕਣ ਦਾ ਉਪਰਾਲਾ ਹੋਏਗਾ। ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਹੋਰ ਬਦਲਵੇਂ ਦਸਤਾਵੇਜ਼ ਦੇਣ ਦਾ ਪ੍ਰਬੰਧ ਵੀ ਹੋਏਗਾ। ਇਸ ਬਿੱਲ ਦੇ ਪਾਸ ਹੋ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰਾਂ ਨੇ ਇਸ ਤੇ ਸਵਾਲ ਚੁੱਕੇ ਨੇ। ਮੌਸਮ ਦੀ ਖਬਰ ਵੀ ਤੁਹਾਨੂੰ ਦੱਸ ਦਿੰਦੇ ਹਾਂ। ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 24 ਦਸੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਉੱਤਰ ਪੱਛਮੀ ਭਾਰਤ ਵਿੱਚ ਸੀਤ ਲਹਿਰ ਦਾ ਜ਼ੋਰ ਅਗਲੇ 2 ਦਿਨਾਂ ਤੱਕ ਲਗਾਤਾਰ ਜਾਰੀ ਰਹੇਗਾ। 24 ਦਸੰਬਰ ਨੂੰ ਕੁਝ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ। ਪੰਜਾਬ ਤੇ ਹਰਿਆਣਾ ਦੇ ਵਿੱਚ ਸਵੇਰ ਸਮੇਂ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਰਾਜਸਥਾਨ ਦੇ ਵਿੱਚ 24 ਤੇ 25 ਦਸੰਬਰ ਨੂੰ ਸੰਘਣੀ ਧੁੰਦ ਤੋਂ ਲੋਕ ਬਚ ਕੇ ਰਹਿਣ। ਲੰਘੇ ਦਿਨ ਪੰਜਾਬ ਦਾ ਮੋਗਾ ਜ਼ਿਲ੍ਹਾ ਸਭ ਤੋਂ ਠੰਡਾ ਦਰਜ ਕੀਤਾ ਗਿਆ। ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਇੱਥੇ ਵੀ ਲੋਕਾਂ ਤੇ ਠੰਡ ਦਾ ਪੂਰਾ ਕੜਾਕਾ ਪੈ ਰਿਹਾ ਹੈ। ਖੂਬਸੂਰਤ ਵਾਦੀ ਕਸ਼ਮੀਰ ਦੇ ਵਿੱਚ ਕਹਿਰਾਂ ਦੀ ਠੰਡ ਪੈ ਰਹੀ ਹੈ। ਝੀਲਾਂ ਤੇ ਟੂਟੀਆਂ ਦੇ ਵਿੱਚ ਪਾਣੀ ਜੰਮ ਰਿਹਾ ਹੈ। ਘੱਟੋ ਘੱਟ ਤਾਪਮਾਨ ਕਈ ਡਿਗਰੀ ਹੇਠਾਂ ਜਾਣ ਕਾਰਨ ਪੂਰੀ ਵਾਦੀ ਦੇ ਵਿੱਚ ਸੀਤ ਲਹਿਰ ਚੱਲ ਰਹੀ ਹੈ। ਮਸ਼ਹੂਰ ਡਲ ਝੀਲ ਦੇ ਵਿੱਚ ਵੀ ਬਰਫ਼ ਦੀ ਪਤਲੀ ਪਰਤ ਬਣ ਰਹੀ ਹੈ। ਠੰਡ ਕਾਰਨ ਝਰਨੇ, ਝੀਲਾਂ ਤੇ ਨਾਲੇ ਵੀ ਜੰਮ ਗਏ ਨੇ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜੰਮਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਆ ਰਹੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਸ ਦੇ ਨਾਲ ਪੂਰੀ ਸਿੱਖ ਕੌਮ ਦੇ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ, ਕਿਉਂਕਿ ਸਿੱਖਾਂ ਦੇ ਮੁਕੱਦਸ ਅਸਥਾਨ ਤੱਕ ਵੀ ਸਿੱਖ ਕਹਿੰਦੇ ਨੇ ਕਿ ਦੁਸ਼ਮਣ ਪਹੁੰਚ ਗਿਆ। ਆਖਿਰਕਾਰ ਕਿਹੜੇ ਇਹ ਲੋਕ ਹੈਗੇ ਨੇ, ਕਿਹੜੀ ਏਜੰਸੀ ਦੇ ਭੇਜੇ ਹੋਏ ਇਹ ਲੋਕ ਹੈਗੇ ਨੇ, ਕੌਣ ਸਾਜ਼ਿਸ਼ ਕਰਤਾ ਹੈਗਾ ਜਿਹੜਾ ਸਾਡੇ ਇਸ਼ਟ, ਸਾਡੇ ਗੁਰੂ, ਸਾਡੇ ਸਭ ਕੁਝ ਉੱਤੇ ਹਮਲੇ ਕਰ ਰਿਹਾ ਹੈ। ਇਸ ਤਰੀਕੇ ਦੇ ਨਾਲ ਕੌਣ ਹੈ ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤਕਲੀਫ ਹੈ? ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਅੰਦਰ ਹਰ ਧਰਮ ਦੇ, ਹਰ ਜਾਤ ਦੇ ਲੋਕਾਂ ਦੀ ਬਾਣੀ ਹੈ, ਜਿਸ ਨੇ ਆਪਣੇ ਅੰਦਰ ਹਰ ਕਿਸੇ ਮਨੁੱਖ ਨੂੰ ਸਮੋ ਕੇ ਰੱਖਿਆ ਹੈ। ਸਰਬ ਸਾਂਝੀਵਾਲਤਾ ਦਾ ਜੋ ਉਪਦੇਸ਼ ਦਿੰਦਾ, ਉਹਦੇ ਨਾਲ ਇੰਨੀ ਈਰਖਾ ਆਖਿਰਕਾਰ ਕਿਸ ਨੂੰ ਹੈ? ਇਸ ਦਾ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ। ਖੈਰ, ਤਾਜ਼ਾ ਅਪਡੇਟ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਬਕ ਸਿਖਾਉਣ ਦੇ ਲਈ ਮੌਤ ਦੀ ਸਜ਼ਾ ਮੰਗੀ ਹੈ। ਕਮੇਟੀ ਨੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੁੱਧ ਆਪਣੇ ਤੌਰ ਤੇ ਇੱਕ ਸਿੱਟ ਦਾ ਗਠਨ ਕਰਨ ਦਾ ਫੈਸਲਾ ਵੀ ਲਿਆ ਹੈ। ਕਮੇਟੀ ਨੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਨੂੰ ਸੋਧਣ ਦੇ ਦੋਸ਼ਾਂ ਤਹਿਤ ਪ੍ਰਬੰਧਕ ਕਮੇਟੀ ਵਿਰੁੱਧ ਜਿਹੜਾ ਪੁਲਿਸ ਨੇ ਪਰਚਾ ਦਰਜ ਕੀਤਾ ਉਹ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਰੱਖੀਆਂ ਗਈਆਂ ਨੇ, ਕਈ ਫੈਸਲੇ ਲਏ ਗਏ ਨੇ। ਧਾਮੀ ਨੇ ਕਿਹਾ ਕਿ ਕੇਸ ਦਰਜ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨੀ ਬਣਦੀ ਸੀ ਜਿਹੜਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਬੇਅਦਬੀ ਦੇ ਨਾਲ ਜੁੜਿਆ ਹੋਇਆ, ਯਾਨੀ ਕਿ ਉੱਥੇ ਵੀ ਦੋਸ਼ੀ ਨੂੰ ਕੁੱਟਿਆ ਮਾਰਿਆ ਗਿਆ, ਉਸ ਤੋਂ ਬਾਅਦ ਉਹਦੀ ਜਾਨ ਚਲੀ ਗਈ ਤੇ ਫਿਰ ਪੁਲਿਸ ਨੇ ਇਸ ਮਸਲੇ ਨੂੰ ਚੋਰੀ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਜਿਹੜੇ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਉਹਨਾਂ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ। ਸੋ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਹਨਾਂ ਨੇ ਸਰਕਾਰੀ ਸਿੱਟ ਨੂੰ ਰਿਪੋਰਟ ਦੇਣ ਵਿੱਚ ਦੇਰੀ ਨਾ ਕਰਨ ਦੀ ਤਾੜਨਾ ਵੀ ਕੀਤੀ ਹੈ। ਸ਼੍ਰੋਮਣੀ ਕਮੇਟੀ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਸੋਮਵਾਰ ਨੂੰ। ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਬੈਠਕ ਹੋਈ ਹੈ। ਕਮੇਟੀ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਸਿੱਖ ਸੰਪਰਦਾਵਾਂ ਨੇ, ਸਿੱਖ ਜਥੇਬੰਦੀਆਂ ਨੇ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਹਵਾਲੇ ਨਾਲ ਕਿਹਾ ਕਿ ਬੇਅਦਬੀ ਦਾ ਦੋਸ਼ੀ ਖਾਸ ਟ੍ਰੇਨਿੰਗ ਲੈ ਕੇ ਆਇਆ ਲੱਗਦਾ ਹੈ, ਕਿਉਂਕਿ ਉਸਨੇ ਸਵੇਰੇ 8:15 ਵਜੇ ਤੋਂ ਲੈ ਕੇ 4:45 ਵਜੇ ਤੱਕ 6 ਤੋਂ ਵੀ ਵੱਧ ਵਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਵੜਨ ਦੀ ਅਸਫਲ ਕੋਸ਼ਿਸ਼ ਕੀਤੀ। ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਕਮੇਟੀ ਪ੍ਰਧਾਨ ਨੇ ਇਹ ਖੁਲਾਸੇ ਕੀਤੇ ਨੇ ਤੇ ਇਹ ਇੱਕ ਵੱਡੀ ਗੱਲ ਉਹਨਾਂ ਨੇ ਦੱਸੀ ਹੈ ਕਿ ਕਈ ਵਾਰੀ ਉਹਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਕਿਉਂਕਿ ਸ਼ੱਕੀ ਲੱਗਦਾ ਸੀ, ਉਹਨੂੰ ਬਾਹਰ ਕੱਢਿਆ ਗਿਆ ਪਰ ਆਖਿਰਕਾਰ ਉਹ ਅੰਦਰ ਵੜਨ ਦੇ ਵਿੱਚ ਸਫਲ ਹੋ ਗਿਆ। ਇਹ ਸੀਸੀਟੀਵੀ ਕੈਮਰੇ ਦੇ ਵਿੱਚ ਸਾਡੇ ਕਈ ਅਜਿਹੇ ਵੀ ਘਟਨਾਕ੍ਰਮ ਵਾਪਰੇ ਆ ਜਿਹੜਾ ਜਿਸ ਬੰਦੇ ਦਾ ਕੋਈ ਬਟੂਆ ਨਿਕਲ ਗਿਆ, ਕਿਸੇ ਦੀ ਕੋਈ ਬਾਲੀ ਲਾਈ ਗਈ, ਅਗਲੇ ਨੂੰ ਪਤਾ ਹੀ ਨਹੀਂਗਾ। ਸਾਡੇ ਸੀਸੀ ਫੁਟਿੰਗ ਨੇ ਬੰਦਾ ਵੀ ਲੱਭਿਆ, ਚੋਰ ਵੀ ਲੱਭਿਆ, ਨਾਲ ਉਹ ਮਦਈ ਵੀ ਲੱਭਿਆ ਵੀ ਭਾਈ ਆ ਤੇਰਾ ਬਟੂਆ ਕੱਢਿਆ ਗਿਆ, ਤੇਰਾ ਆਹ ਕੱਢਿਆ ਗਿਆ। ਸੀਸੀਟੀ ਦੇ ਸਾਡੇ ਪ੍ਰਬੰਧ ਜਿਹੜੇ ਆ ਉੱਥੇ ਨਜ਼ਰ ਉਹ ਰੱਖ ਹੀ ਰਹੇ ਆ, ਕਿਉਂਕਿ ਇਹ ਜਿਹੜੀ ਟਾਸਕ ਫੋਰਸ ਆ, ਮੈਂ ਟਾਸਕ ਫੋਰਸ ਦਾ ਤਾਂ ਤੁਹਾਨੂੰ ਕਹਿੰਦਾ ਸੀ, ਸੀਸੀ ਫੁਟਿੰਗ ਦਾ ਆਪਣਾ ਆ,
ਉੱਥੋਂ ਤੁਸੀਂ ਸਾਰਾ ਰਿਵਾਈਂਡ ਕਰ ਸਕਦੇ ਆ, ਸਾਰਾ ਕੁਝ ਤੁਹਾਨੂੰ ਮਿਲ ਜਾਂਦਾ। ਪਰ ਜਿਹੜਾ ਮੌਜੂਦਾ, ਕਿਉਂਕਿ ਉਹਨੀ ਦਾ ਕੈਮਰੇ ਦੇ ਵਿੱਚ ਕੈਚ ਕਰਨਾ, ਤੇ ਟਾਸਕ ਫੋਰਸ ਜਿਹੜੀ ਮੌਕੇ ਤੇ ਹੁੰਦੀ ਆ, ਉਹ ਟਾਸਕ ਫੋਰਸ ਇਸ ਬੰਦੇ ਦੇ ਸੰਬੰਧ ਦੇ ਵਿੱਚ ਮੈਂ ਕਹਿ ਸਕਦਾ ਉਹਨੇ ਜ਼ਿੰਮੇਵਾਰੀ ਪੂਰੇ ਤੌਰ ਤੇ ਨਿਭਾਈ ਆ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਚਾਹੇ ਸਿੱਟ ਦਾ ਗਠਨ ਕਰ ਦਿੱਤਾ ਗਿਆ ਪਰ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੀ ਪਿਛਲੀ ਕਾਰਗੁਜ਼ਾਰੀ ਤੇ ਜੇ ਝਾਤ ਮਾਰ ਲਈਏ ਤਾਂ 6 ਸਾਲ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਯਾਨੀ ਕਿ ਪ੍ਰਧਾਨ ਧਾਮੀ ਨੇ ਕਾਂਗਰਸ ਸਰਕਾਰ ਦੇ ਨਾਲ ਅਕਾਲੀ ਸਰਕਾਰ ਨੂੰ ਵੀ ਲਪੇਟੇ ਦੇ ਵਿੱਚ ਲਿਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਇਹ ਸਿੱਟ ਗਠਿਤ ਕੀਤੀ ਗਈ ਹੈ, ਇਹ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰੂਗੀ, ਸੰਗਤ ਮੂਹਰੇ ਅਸਲੀ ਸੱਚ ਲਿਆਂਦਾ ਜਾਊਗਾ। ਉਹਨਾਂ ਨੇ ਟਾਸਕ ਫੋਰਸ ਉੱਤੇ ਲੱਗਦੇ ਅਣਗਹਿਲੀ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਹਨਾਂ ਦਾਅਵਾ ਕੀਤਾ ਕਿ ਟਾਸਕ ਫੋਰਸ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਦਿਨ ਵੇਲੇ ਕਈ ਵਾਰੀ ਸ਼ੱਕੀ ਹੋਣ ਕਰਕੇ ਵਾਪਸ ਮੋੜਿਆ ਗਿਆ, ਪਰ 5 ਘੰਟੇ ਡਿਊਟੀ ਬਦਲਣ ਵੇਲੇ ਜਦੋਂ ਸੇਵਾਦਾਰਾਂ ਦੀ ਡਿਊਟੀ ਬਦਲ ਦਿੱਤੀ ਜਾਂਦੀ ਹੈ ਤਾਂ ਉਹ ਭੁਲੇਖਾ ਪਾ ਕੇ ਫੇਰ ਅੰਦਰ ਪਹੁੰਚ ਗਿਆ ਤੇ 6 ਸਕਿੰਟਾਂ ਦੇ ਵਿੱਚ ਹੀ ਉਹਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਸਾਡੀ ਪੰਜਾਬ ਸਰਕਾਰ ਤੋਂ ਇਹ ਵੀ ਮੰਗਿਆ ਕਿ ਜਿਹੜੀ ਕੱਲ ਇਹ ਘਟਨਾ ਕਪੂਰਥਲੇ ਦੇ ਵਿੱਚ ਵਾਪਰੀ ਆ, ਉਹਦੇ ਉੱਤੇ ਪਹਿਲਾਂ ਇਨਕੁਆਇਰੀ ਕਰਨੀ ਚਾਹੀਦੀ ਹੈ। ਇਮੀਡੀਏਟ ਪਰਚਾ ਜਿਹੜਾ ਦਰਜ ਕੀਤਾ ਉਹ ਵਾਪਸ ਲੈਣ, ਕਿਉਂਕਿ ਤੱਥਾਂ ਦੇ ਆਧਾਰ ਤੇ ਜੋ ਵੀ ਸੱਚ ਸਾਹਮਣੇ ਆਵੇ ਉਹ ਗੁਰਦੁਆਰਾ ਕਮੇਟੀ ਦੇ ਅੱਜ ਖਬਰ ਮਿਲੀ ਪਈ ਸਵੇਰੇ ਗ੍ਰਾਂਥੀ ਸਿੰਘ ਨੂੰ ਚੁੱਕ ਕੇ ਲੈ ਗਏ ਆ, ਜਾਂ ਸਮੁੱਚੀ ਉਸ ਕਮੇਟੀ ਦੇ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ। ਅੱਜ ਫਿਰ ਇੱਕ ਅੰਮ੍ਰਿਤਸਰ ਦੇ ਵਿੱਚ ਸਰਦਾਰ ਹਰਜਾਪ ਸਿੰਘ ਸਾਡੇ ਐਗਜ਼ੈਕਟਿਵ ਮੈਂਬਰ ਆ, ਉਹਨੇ ਮੈਂ ਦੱਸਿਆ ਤੁਹਾਡੇ ਲੋਕਲ ਸ਼ਹਿਰ ਦੇ ਵਿੱਚ ਇੱਕ ਘਟਨਾ ਰਾਤ ਦੀ ਫਿਰ ਘਟੀ ਆ। ਇਹ ਸਾਡੇ ਲਈ ਇੱਕ ਬੜੀ ਵੱਡੀ ਸਮੱਸਿਆ ਤੇ ਚੁਣੌਤੀ ਬਣ ਗਈ ਆ। ਸਿੱਖ ਚੁਣੌਤੀਆਂ ਦੇ ਵਿੱਚੋਂ ਹਮੇਸ਼ਾ ਤਕੜਾ ਹੋ ਕੇ ਨਿਕਲਿਆ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਪਹਿਲਾਂ ਇਨਕੁਆਇਰੀ ਉਹਦੀ ਕਪੂਰਥਲੇ ਵਾਲੀ ਕੀਤੀ ਜਾਵੇ, ਫਿਰ ਜੋ ਬਣਦੀ ਕਾਰਵਾਈ ਅੱਗੇ ਤੋਰੀ ਜਾਵੇ, ਕਿਉਂਕਿ ਭਾਵਨਾਵਾਂ ਦਾ ਮਸਲਾ ਤੇ ਉਹ ਪਰਚਾ ਤੁਰੰਤ ਜਿਹੜਾ ਆ ਉਹ ਵਾਪਸ ਲਿਆ ਜਾਵੇ। ਐਸਜੀਪੀਸੀ ਪ੍ਰਧਾਨ ਨੇ ਦੱਸਿਆ ਕਿ ਦੋਸ਼ੀ ਪਹਿਲੀ ਵਾਰੀ ਸਵੇਰੇ 8:20 ਤੇ ਸ਼ਨੀਚਰਵਾਰ ਦੀ ਸਾਰੀ ਉਹ ਗੱਲ ਦੱਸ ਰਹੇ ਨੇ। ਘੰਟਾ ਘਰ ਵਾਲੇ ਪਾਸਿਓਂ ਕੰਪਲੈਕਸ ਦੇ ਵਿੱਚ ਦਾਖਲ ਹੋਇਆ ਪਰ ਸੇਵਾਦਾਰਾਂ ਨੇ ਸ਼ੱਕੀ ਹੋਣ ਕਰਕੇ ਉਹਨੂੰ ਬਾਹਰ ਮੋੜ ਦਿੱਤਾ। ਦੂਜੀ ਵਾਰੀ ਉਹ 9:40 ਤੇ ਲੰਗਰ ਵਾਲੇ ਪਾਸਿਓਂ ਦਾਖਲ ਹੋਇਆ, ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ 4 ਦਰਵਾਜ਼ੇ ਹੈਗੇ ਨੇ ਤੇ ਹਾਲ ਦੇ ਵਿੱਚੋਂ 10:19 ਤੇ ਉਹ ਹੇਠਾਂ ਉਤਰਿਆ। 6 ਮਿੰਟਾਂ ਬਾਅਦ ਹੀ ਉਹਨੇ ਦੁਬਾਰਾ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਹਰ ਕੀ ਪੌੜੀ ਤੱਕ ਪਹੁੰਚਣ ਦੇ ਵਿੱਚ ਸਫਲ ਹੋ ਗਿਆ, ਜਿੱਥੋਂ 11:15 ਵਜੇ ਥੱਲੇ ਉਤਰਿਆ। ਇਸ ਤੋਂ ਬਾਅਦ 2:42 ਤੇ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੋਂ ਅੰਦਰ ਜਾਣ ਦਾ ਅਸਫਲ ਯਤਨ ਕੀਤਾ, ਪਰ 4:51 ਤੇ ਜਦੋਂ ਅੰਦਰ ਵੜ ਗਿਆ, ਉਦੋਂ ਅੰਦਰ ਵੜਿਆ ਜਦੋਂ ਟਾਸਕ ਫੋਰਸ ਦੀ ਡਿਊਟੀ ਬਦਲਣ ਦਾ ਸਮਾਂ ਸੀ। 5:46 ਤੇ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਿਆ। 4:51 ਤੇ ਉਹ ਅੰਦਰ ਦਾਖਲ ਹੋਇਆ ਡਿਊਟੀ ਦੇ, ਕਿਉਂਕਿ ਲਾਈਨ ਲੰਬੀ ਹੁੰਦੀ ਹੈ ਤੇ 5:46 ਤੇ ਉਹਦੀ ਅੰਦਰ ਜਾਣ ਦੀ ਵਾਰੀ ਆਈ ਤੇ 6 ਸਕਿੰਟਾਂ ਦੇ ਵਿੱਚ ਹੀ ਉਹਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਇਹ 8:30 ਤੇ ਘੰਟਾ ਘਰ ਵਾਲੇ ਪਾਸੋਂ ਇਹਨੇ ਯਤਨ ਕੀਤਾ ਐਂਟਰ ਹੋਣ ਦਾ, ਪਰ ਉੱਥੇ ਸਾਡੇ ਸੇਵਾਦਾਰ ਨੇ ਇਹਨੂੰ ਗੇਟ ਤੋਂ ਬਾਹਰ ਹੀ ਰੋਕਿਆ, ਅੰਦਰ ਇਹਨੂੰ ਐਂਟਰ ਨਹੀਂ ਹੋਣ ਦਿੱਤਾ। ਉਹ ਸਾਡੇ ਕੋਲ ਸਾਰੀਆਂ ਰਿਕਾਰਡਿੰਗ ਪਈਆਂ। ਉਹ ਤੋਂ ਬਾਅਦ ਫਿਰ ਇਹ ਲਗਭਗ 9:40 ਤੇ ਇਧਰੋਂ ਲੰਗਰਾਂ ਵਾਲੇ ਪਾਸਿਓਂ ਐਂਟਰ ਹੋਇਆ ਔਰ ਇਹਨੇ ਮੂੰਹ ਆਪਣਾ ਇਦਾਂ ਨੀਵਾਂ ਰੱਖਿਆ ਤੇ ਮੈਨੂੰ ਜੋ ਲੱਗਦਾ ਇਹ ਬਿਲਕੁਲ ਸੋਚੀ ਸਮਝੀ ਸਾਜ਼ਿਸ਼ ਨਾਲ, ਜਿਹਦਾ ਬੰਦਾ ਫਿਰ ਸੋਚਦਾ ਨਾ ਵੀ ਕੀ ਕਰਾਂ। ਇਹ ਉਧਰੋਂ 9:40 ਤੇ ਆਇਆ ਔਰ 9:40 ਤੇ ਨੇ ਉੱਥੇ ਲੰਗਰ ਖਾਧਾ, ਉੱਥੇ ਹੀ ਇਹਨੇ ਚਾਹ ਪੀਤੀ ਆ ਸਾਰੀ। ਫਿਰ ਇਹ ਲੰਗਰ ਵਾਲੀਆਂ ਪੌੜੀਆਂ ਤੋਂ 10:19 ਤੇ ਥੱਲੇ ਉਤਰਿਆ ਤੇ ਸਾਡੇ ਇੱਕ ਸੇਵਾਦਾਰ ਨੇ ਇਹਨੂੰ ਦੇਖਿਆ ਵੀ ਇਹ ਸ਼ੱਕੀ ਮਸ਼ਕੂਕ ਬੰਦਾ ਆ। ਇਹਨੂੰ ਫਿਰ ਲਾਚੀ ਮੇਰੀ ਵਾਲੇ ਪਾਸੇ ਇਹਨੂੰ ਫੌਜੀ ਨੇ ਇਹਨੂੰ ਫਿਰ ਬਾਹਰ ਕੱਢਿਆ। 4:51 ਤੇ ਫਿਰ ਇਹ ਅੰਦਰ ਵੜਿਆ। ਉੱਥੋਂ ਫਿਰ ਸਾਡੇ ਸੇਵਾਦਾਰ ਨੇ ਇਹਨੂੰ ਬਾਹਰ ਕੱਢਿਆ, ਕਿਉਂਕਿ ਸਾਡੀ ਟਾਸਕ ਫੋਰਸ ਦੀ ਡਿਊਟੀ ਵੀ ਚੇਂਜ ਹੋ ਗਈ ਤੇ ਇਹਨੇ ਫਿਰ ਚਲਾਕੀ ਕੀਤੀ। 5:06 ਤੇ ਦੇਖਿਆ ਵੀ ਹੁਣ ਸਾਰੀ ਟਾਸਕ ਫੋਰਸ ਬਦਲ ਗਈ ਆ। ਇਹ ਫਿਰ ਉੱਥੋਂ ਐਂਟਰ ਹੋਇਆ ਔਰ ਫਿਰ ਇਹਨੇ ਭਲੱਕੜੇ ਦਿੱਤੇ ਜਿੱਦਾਂ ਚਮਕ ਜਿਹਾ ਦਈਦੇ ਆ, ਵਿੱਚ ਹੁੰਦਾ ਹੋ ਕੇ ਫਿਰ ਇਹ ਸੱਚਖੰਡ ਵਿੱਚ ਅੰਦਰ ਜਿਹੜਾ ਆ 5:46 ਤੇ ਉੱਥੋਂ ਫਿਰ ਐਂਟਰ ਹੋਇਆ ਔਰ ਉੱਥੇ ਦੀ ਜਿਹੜੀ ਫੋਟਿੰਗ ਆ ਇਹ ਇਦਾਂ ਨੀਵਾਂ ਹੋ ਕੇ ਉਹਲੇ ਟਾਸਕ ਫੋਰਸ ਤੋਂ ਹੋ ਕੇ
ਇਹਨੇ ਸਾਰਾ ਕੀਤਾ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸਿੱਖ ਹਮੇਸ਼ਾ ਚੁਣੌਤੀਆਂ ਕਬੂਲ ਕਰਦੇ ਆਏ ਨੇ। ਨਵੀਆਂ ਚੁਣੌਤੀਆਂ ਲਈ ਵੀ ਅਸੀਂ ਤਿਆਰ ਬਰ ਤਿਆਰ ਹਾਂ। ਸਿੱਖ ਸੰਪਰਦਾਵਾਂ ਵਿਸ਼ੇਸ਼ ਕਰਕੇ ਵਿਦੇਸ਼ਾਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਦੇਣ ਲਈ, ਭਰੋਸੇ ਦੇ ਲਈ ਉਹਨਾਂ ਦਾ ਸਭ ਦਾ ਧੰਨਵਾਦ ਵੀ ਕੀਤਾ। ਐਸਜੀਪੀਸੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਸਿੱਟ ਰਿਪੋਰਟ ਬਾਹਰ ਆਉਣ ਤੋਂ ਬਾਅਦ ਉਹ ਘਟਨਾ ਨਾਲ ਸੰਬੰਧਿਤ ਹੋਰ ਵੱਡੇ ਖੁਲਾਸੇ ਕਰਨਗੇ। ਯਾਨੀ ਕਿ ਐਸਜੀਪੀਸੀ ਪ੍ਰਧਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਹੈਗਾ ਉਹ ਸਾਰੀ ਗੱਲ ਨਹੀਂ ਦੱਸੀ। ਉਹਨਾਂ ਨੇ ਕਿਹਾ ਕਿ ਜਦੋਂ ਜਿਹੜੀ ਸਿੱਟ ਰਿਪੋਰਟ ਬਾਹਰ ਆਏਗੀ, ਸਰਕਾਰ ਦੀ ਸਿੱਟ ਰਿਪੋਰਟ ਬਾਹਰ ਆਏਗੀ, ਸਾਡੇ ਕੋਲ ਹੋਰ ਵੀ ਬਹੁਤ ਕੁਝ ਹੈ ਦੱਸਣ ਨੂੰ, ਅਸੀਂ ਹੋਰ ਵੱਡੇ ਖੁਲਾਸੇ ਕਰਾਂਗੇ। ਸ੍ਰੀ ਦਰਬਾਰ ਸਾਹਿਬ ਜੀ ਦੇ ਮਸਲੇ ਦੇ ਵਿੱਚ ਉਹ ਜਿਹੜਾ ਸਾਡੇ ਕੋਲੋਂ ਲਾਂਭੇ ਹੋ ਗਿਆ, ਜਿਹੜਾ ਇੱਕ ਪਾਪੀ ਸੀ, ਇੱਕ ਦੁਸ਼ਟ ਆਤਮਾ ਸੀ, ਉਹਦੇ ਬਾਰੇ ਪਤਾ ਕਰਨ ਲਈ ਇਹਨਾਂ ਨੇ ਕੱਲ ਇੱਕ ਸਿੱਟ ਬਣਾਈ ਆ। ਉਹਦਾ 2 ਦਿਨ ਦਾ ਸਮਾਂ ਦਿੱਤਾ। ਅਸੀਂ ਸ਼੍ਰੋਮਣੀ ਕਮੇਟੀ ਵਾਲੇ ਆਪਣੀ ਵੀ ਇੱਕ ਸਿੱਟ ਬਣਾ ਰਹੇ ਹਾਂ, ਜਿਸ 'ਚ 2 ਮੈਂਬਰ ਹੋਣਗੇ, 2 ਵਿਦਵਾਨ ਹੋਣਗੇ, 2 ਮਹਾਂਪੁਰਸ਼ ਹੋਣਗੇ। ਅਸੀਂ ਵੀ ਆਪਣਾ ਜਿਹੜਾ ਤੁਹਾਡੇ ਨਾਲ ਉਹ ਸਾਰਾ ਘਟਨਾਕ੍ਰਮ ਦੇ ਸੰਬੰਧ ਦੇ ਵਿੱਚ ਫਿਰ ਬਾਅਦ ਦੇ ਵਿੱਚ ਵਿਚਾਰਾਂ ਕਰਾਂਗੇ। ਤੇ ਮੇਰੀ ਸੀ ਵੀ ਜਿਹੜੀ ਸਿੱਟ ਆ, ਪਹਿਲੀ ਗੱਲ ਤਾਂ ਇਹ ਕਿਸੇ ਸਿੱਟੇ ਤੇ ਪਹੁੰਚਣ ਦੀ ਮੈਨੂੰ ਲੱਗਦੀ ਨਹੀਂ। ਲੱਗਦੀ ਇਸ ਕਰਕੇ ਨਹੀਂ ਕਿ ਪਿਛਲੀਆਂ ਘਟਨਾਵਾਂ ਦਾ ਜੇ ਘਟਨਾਕ੍ਰਮ ਦੇਖਿਆ ਜਾਵੇ ਤੇ ਬਹੁਤ ਸਾਰੇ ਕੇਸ ਇੱਦਾਂ ਹੀ ਰੁਲ ਗਏ ਆ। ਉਹਨਾਂ ਕੇਸਾਂ ਦੇ ਵਿੱਚ ਪਹਿਲਾਂ ਤਾਂ ਚਲਾਨ ਹੀ ਨਹੀਂ ਦਿੱਤਾ, ਜੇ ਚਲਾਨ ਦਿੱਤਾ ਤੇ ਉਹ ਸਿਰੇ ਨਹੀਂ ਚੜ੍ਹੇ। ਤੇ ਮੈਂ ਅਕਸਰ 3 ਦਿਨ ਤੋਂ ਲਗਾਤਾਰ ਇਸ ਗੱਲ ਦੀ ਮੰਗ ਕਰ ਰਿਹਾ, ਜਿਹੜੀ ਹਾਲੇ ਪੰਜਾਬ ਸਰਕਾਰ ਕਿਸੇ ਪਾਸੇ ਨਹੀਂ ਲਾ ਰਹੀ, ਕਿ ਇਹ ਜਿਹੜੀਆਂ ਧਾਰਾਵਾਂ ਆ ਬਹੁਤ ਨਰਮ ਆ। ਜਿੱਥੇ ਕਿਤੇ ਬੇਅਦਬੀ ਹੁੰਦੀ ਜਾਂ ਕੋਈ ਯਤਨ ਕਰਦਾ ਤੇ ਬੰਦਾ 295A ਹੁਣ ਇੰਟਰੋਡਿਊਸ ਹੋਈ ਆ, ਪਹਿਲਾਂ 295 ਸੀ ਤੇ ਉਹ 295 'ਚ 3 ਸਾਲ ਕੈਦ ਤੇ ਬੇਲੇਬਲ ਅਫੈਂਸ ਸੀ। ਤੇ ਜੇ ਸਰਕਾਰਾਂ ਇਹਨੂੰ ਯਕੀਨੀ ਬਣਾਉਣ, ਇਹਦੇ ਵਿੱਚ ਡੈਥ ਸੈਂਟੈਂਸ ਕਰ ਦੇਣ, ਤੇ ਫਿਰ ਮੈਂ ਸਮਝਦਾ ਕੁਛ ਖੜੋਤ ਆ ਸਕਦੀ ਆ। ਨਹੀਂ ਤਾਂ ਇਹ ਭਾਵਨਾ ਐਵੇਂ ਜਿਹੜੀ ਸਿੱਖਾਂ ਦੇ ਹਿਰਦਿਆਂ ਨੂੰ ਬਲੂੰਦਣ ਵਾਲੀ ਇਹ ਜਾਰੀ ਰਹੂਗੀ। ਤੇ ਅੱਜ ਸ਼ਨੀਚਰਵਾਰ ਤੇ ਐਤਵਾਰ ਤੋਂ ਬਾਅਦ ਇੱਕ ਹੋਰ ਖਬਰ ਮਿਲੀ ਬਟਾਲਾ ਤੋਂ। ਬਟਾਲਾ ਨੇੜੇ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਭਜਾ ਦਿੱਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਚਰਵਾਰ ਨੂੰ ਬੇਅਦਬੀ ਦੀ ਘਟਨਾ ਵਾਪਰੀ। ਉਸ ਤੋਂ ਬਾਅਦ ਮੁੜ ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਐਤਵਾਰ ਤੇ ਸੋਮਵਾਰ ਦੀ ਰਾਤ ਨੂੰ ਗੁਰੂ ਘਰ ਦੇ ਸੇਵਾਦਾਰਾਂ ਦੀ ਅੱਖ ਖੁੱਲਣ ਕਾਰਨ ਇੱਕ ਹੋਰ ਮੰਦਭਾਗੀ ਘਟਨਾ ਵਾਪਰਨ ਤੋਂ ਬਚ ਗਈ। ਹਾਲੇ ਇੱਕ ਦਿਨ ਪਹਿਲਾਂ ਹੀ ਦੂਸਰੀ ਘਟਨਾ ਕਪੂਰਥਲਾ ਦੇ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਵਿਖੇ ਵਾਪਰੀ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਘਟਨਾ ਦੇ ਦੋਸ਼ੀ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸੀ। ਇੱਥੋਂ ਦੇ ਗੁਰੂ ਘਰ ਦੇ ਮੁੱਖ ਸੇਵਾਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਜਾਂ ਚੋਰੀ ਕਰਨ ਦੇ ਇਰਾਦੇ ਨਾਲ ਆਏ ਸੀ, ਪਰ ਸੇਵਾਦਾਰਾਂ ਦੇ ਸਮੇਂ ਸਿਰ ਜਾਗਣ ਕਰਕੇ ਬਚਾਅ ਹੋ ਗਿਆ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਇਸੇ ਦੌਰਾਨ ਪੰਜਾਬ ਦੇ ਨਵ-ਨਿਯੁਕਤ ਡਾਇਰੈਕਟਰ ਜਨਰਲ ਪੁਲਿਸ ਸਿਧਾਰਥ ਚੱਟੋਪਾਧਿਆਏ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹੋਰ ਚੌਕਸ ਹੋਣ ਦੀ ਹਦਾਇਤ ਵੀ ਦੇ ਦਿੱਤੀ ਹੈ। ਹੋਰ ਉਹਨਾਂ ਨੇ ਕਿਹੜੇ ਨਵੇਂ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਨੇ, ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਉਹ ਅਸੀਂ ਤੁਹਾਨੂੰ ਅੱਗੇ ਦੱਸਦੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਬੋਲੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਮਾਹੌਲ ਖਰਾਬ ਕਰਨ ਦੇ ਲਈ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹਨਾਂ ਸ਼ਰਾਰਤੀ ਅਨਸਰਾਂ ਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ, ਜਿਨ੍ਹਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਕਿਹਾ, ਮੋਦੀ ਸਰਕਾਰ ਨੂੰ ਕਿਹਾ ਕਿ ਆਪਣੀਆਂ ਏਜੰਸੀਆਂ ਨੂੰ ਸਰਗਰਮ ਕਰੋ। ਜਿਹੜੇ ਵੀ ਇਹਨਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ। ਨਾਲ ਹੀ ਜਥੇਦਾਰ ਨੇ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਜ਼ਰੂਰ ਲਗਵਾਓ। ਜੇ ਮੌਕੇ ਤੇ ਸੰਗਤ ਅਜਿਹੇ ਦੋਸ਼ੀ ਨੂੰ ਸੋਧਾ ਲਾ ਦਿੰਦੀ ਹੈ ਤਾਂ ਇਹਦੇ ਲਈ ਸੰਗਤ ਜ਼ਿੰਮੇਦਾਰ ਨਹੀਂ ਹੋਵੇਗੀ। ਇਹ ਜਥੇਦਾਰ ਨੇ ਸਾਫ਼ ਤੌਰ ਤੇ ਕਿਹਾ ਹੈ। ਨਾਲ ਹੀ ਉਹਨਾਂ ਦੱਸਿਆ ਕਿ ਅਸੀਂ ਇੱਕ ਮੀਟਿੰਗ ਕਰ ਰਹੇ ਹਾਂ। 25 ਦਸੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਨੂੰ ਬੁਲਾਇਆ ਗਿਆ ਹੈ। ਜ਼ਰੂਰੀ ਵਿਚਾਰਾਂ ਕਰਕੇ ਸਿੱਖ ਸੰਗਤ ਨੂੰ ਇਹਨਾਂ ਘਟਨਾਵਾਂ ਤੋਂ ਬਚਣ ਦੇ ਵਾਸਤੇ ਹੁਣ ਜਥੇਦਾਰ ਸਾਹਿਬਾਨ ਨੇ ਜਿਹੜੇ ਉਹ ਕੋਈ ਪੈਗਾਮ ਜਾਰੀ ਕਰਨਗੇ। ਸੋ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਕਿਹਾ ਕਿ ਜੇ ਸੰਗਤ ਅਜਿਹੇ ਦੋਸ਼ੀ ਨੂੰ ਮੌਕੇ ਤੇ ਸੋਧਾ ਲਾ ਦੇਵੇ ਤਾਂ ਸੰਗਤ ਜ਼ਿੰਮੇਦਾਰ ਨਹੀਂ ਹੋਵੇਗੀ। ਖਾਸ ਤੌਰ ਤੇ ਉਹਨਾਂ ਨੇ ਕਾਨੂੰਨ ਨੂੰ, ਇਹ ਜਿਹੜੀ ਪੁਲਿਸ ਨੂੰ ਸਿੱਧੀ ਜਿਹੜੀ ਚੇਤਾਵਨੀ ਦੇ ਦਿੱਤੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਬੇਹੱਦੀ ਮੰਦਭਾਗੀ ਘਟਨਾ ਜਿਹੜੀ ਰਾਤ ਵਾਪਰੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ, ਇਲੈਕਸ਼ਨ ਹੋ ਰਹੇ ਨੇ ਤੇ ਕਿਤੇ ਨਾ ਕਿਤੇ
ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾ ਰਿਹਾ ਹੈ ਸ਼ਰਾਰਤੀ ਅਨਸਰਾਂ ਵੱਲੋਂ। ਔਰ ਇਹਨਾਂ ਸ਼ਰਾਰਤੀ ਅਨਸਰਾਂ ਦੇ ਪਿੱਛੇ ਵੀ ਜਿਹੜਾ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਜਾਪਦੀਆਂ ਨੇ, ਜਿਨ੍ਹਾਂ ਨੂੰ ਬੇਨਕਾਬ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਤੇ ਸਿੱਖ ਸੰਗਤ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਲੈਕਸ਼ਨ ਦੇ ਇਸ ਦੌਰ ਦੇ ਵਿੱਚ ਕੁਝ ਵੀ ਘਟੀਆ ਤੋਂ ਘਟੀਆ ਅਨਸਰ ਜਿਹੜੇ ਨੇ ਕਰਵਾ ਸਕਦੇ ਨੇ ਪੰਜਾਬ ਦੇ ਅੰਦਰ, ਕਿਉਂਕਿ ਜੇ ਪੰਜਾਬ ਦੇ ਅੰਦਰ ਇਹ ਘਟਨਾਵਾਂ ਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਕੱਲ ਨੂੰ ਭਾਰਤ ਦਾ ਮਾਹੌਲ ਖਰਾਬ ਕਰਨ ਵਾਸਤੇ ਹਿੰਦੁਸਤਾਨ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਇਹੋ ਜਿਹੀਆਂ ਘਟਨਾਵਾਂ ਕਿਤੇ ਵੀ ਇਹ ਘਟੀਆ ਕਿਸਮ ਦੇ ਲੋਕ ਕਰਵਾ ਸਕਦੇ ਨੇ। ਇਸ ਕਰਕੇ ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ ਬਹੁਤ ਸਾਵਧਾਨ ਹੋਣ ਦੀ ਜ਼ਰੂਰਤ ਹੈ। ਮੈਂ ਸਾਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਇਹਨਾਂ ਨੂੰ ਇਹੋ ਕਹਿਣਾ ਚਾਹੂੰਗਾ ਕਿ ਇਹਨਾਂ ਘਟਨਾ ਦਾ ਕੋਈ ਰਾਜਸੀਕਰਨ ਜਿਹੜਾ ਹੈ ਇਹ ਬਿਲਕੁਲ ਨਾ ਕੀਤਾ ਜਾਏ, ਸਗੋਂ ਸਾਰੀਆਂ ਪਾਰਟੀਆਂ ਨੂੰ ਇਸ ਮਸਲੇ ਦੇ ਉੱਤੇ ਇਕਜੁੱਟ ਹੋਣ ਦੀ ਜ਼ਰੂਰਤ ਹੈ। ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਇਸ ਮਸਲੇ ਦੇ ਹੱਲ ਵੱਲ ਜਿਹੜਾ ਹੈ ਉਹ ਧਿਆਨ ਦੇਣ। ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਕਿਵੇਂ ਵਾਪਰ ਰਹੀਆਂ ਨੇ, ਕੌਣ ਇਹਦੇ ਪਿੱਛੇ ਕਾਰਨ ਜ਼ਿੰਮੇਵਾਰ ਹੈ, ਤਾਂ ਇਹਦੀ ਪੜਤਾਲ ਜਿਹੜੀ ਹੈ ਇਹ ਰਲ ਮਿਲ ਕੇ ਸਿਆਸੀ ਪਾਰਟੀਆਂ ਕਰਨ, ਨਾ ਕਿ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ ਜਿਹੜਾ ਹੈ ਇਸ ਕਿਸਮ ਦੀ ਗੰਦੀ ਰਾਜਨੀਤੀ ਜਿਹੜੀ ਹੈ ਇਹਨਾਂ ਘਟਨਾਵਾਂ ਤੋਂ ਬਾਅਦ ਕੀਤੀ ਜਾਏ। ਜਥੇਦਾਰ ਹਰਪ੍ਰੀਤ ਸਿੰਘ ਨੇ ਕਾਂਗਰਸ ਲੀਡਰ ਸਿੰਘਵੀ ਨੂੰ ਜਵਾਬ ਦਿੱਤਾ ਹੈ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਭਿਸ਼ੇਕ ਸਿੰਘਵੀ ਨੇ ਟਵੀਟ ਕੀਤਾ, ਕਹਿੰਦੇ ਸ਼੍ਰੀ ਦਰਬਾਰ ਸਾਹਿਬ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਵੀ ਕਿਹਾ ਹੈ ਕਿ ਬੇਅਦਬੀ ਬਹੁਤ ਭਿਆਨਕ ਸੀ, ਪਰ ਇੱਕ ਸੱਭਿਅਕ ਦੇਸ਼ ਦੇ ਵਿੱਚ ਲਿੰਚਿੰਗ ਵੀ ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ, ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਸਾਰੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਮਿਸਾਲ ਕਾਇਮ ਕੀਤੀ ਜਾਵੇ। ਤਾਂ ਜਥੇਦਾਰ ਨੇ ਜਵਾਬ ਦਿੱਤਾ, ਕਹਿੰਦੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖਾਂ ਦੀ ਮਰਿਆਦਾ, ਸਿੱਖਾਂ ਦੇ ਧਰਮ ਅਸਥਾਨ, ਸਿੱਖ ਇਤਿਹਾਸ ਅਤੇ ਸਾਡੇ ਜੁਗੋ ਜੁਗ ਅਟਲ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਇਹਨਾਂ ਹਮਲਾਵਰ ਦੋਖੀਆਂ ਨੂੰ ਸਜ਼ਾ ਦੇਣ ਦੀ ਥਾਂ ਪੁਸ਼ਤ ਪਨਾਹੀ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਨ੍ਹਾਂ ਨੇ ਸਾਨੂੰ ਸਾਰੀ ਸਿੱਖ ਕੌਮ ਨੂੰ ਮਾਨਸਿਕ ਪੀੜਾ ਦਿੱਤੀ ਹੈ। ਅਹਿਮ ਸਵਾਲ ਹੈ ਕਿ ਸੰਗਤ ਵੱਲੋਂ ਦੋਸ਼ੀਆਂ ਨੂੰ ਮਾਰਨ ਤੱਕ ਦੀ ਨੌਬਤ ਆਈ ਹੀ ਕਿਉਂ? ਇਸ ਸਵਾਲ ਦੀ ਜੜ ਤੱਕ ਜਾਓ। ਜਦੋਂ ਕਾਨੂੰਨ ਦਾ ਰਾਜ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਸਿੱਖਾਂ ਨੂੰ ਇਨਸਾਫ ਦੇਣ ਤੋਂ ਅਸਮਰੱਥ ਰਿਹਾ ਤਾਂ ਬਲੂੰਦਰੇ ਹਿਰਦੇ ਚੁੱਕੀ ਫਿਰਦੇ ਸਿੱਖ ਆਖਿਰਕਾਰ ਕੀ ਕਰਨ? 84 ਦੀ ਨਸਲਕੁਸ਼ੀ ਲਈ ਇਨਸਾਫ ਉਡੀਕਦੇ ਜਹਾਨੋਂ ਤੁਰ ਗਏ ਸਿੱਖਾਂ ਦੇ ਵਾਰਿਸ ਅਤੇ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਹੇ ਸਿੱਖ ਕੀ ਕਰਨ? ਇਹ ਵੀ ਅਭਿਸ਼ੇਕ ਸਿੰਘਵੀ ਨੂੰ ਸਾਨੂੰ ਦੱਸ ਦੇਣਾ ਚਾਹੀਦਾ ਹੈ, ਯਾਨੀ ਕਿ ਅਭਿਸ਼ੇਕ ਸਿੰਘਵੀ ਸਾਨੂੰ ਦੱਸਣ ਜਿਹੜੇ ਅਸੀਂ ਸਵਾਲ ਇੰਨੇ ਚੁੱਕੇ ਨੇ ਇਹਨਾਂ ਦਾ ਸਿੱਖ ਆਖਿਰਕਾਰ ਕੀ ਕਰਨ। ਇਹ ਤਿੱਖਾ ਜਵਾਬ ਹੈ ਜਿਹੜਾ ਉਹ ਜਥੇਦਾਰ ਨੇ ਸਿੰਘਵੀ ਨੂੰ ਭੇਜਿਆ। ਅਗਲੀ ਖਬਰ ਕਪੂਰਥਲਾ ਦੇ ਵਿੱਚ ਜਿਹੜੀ ਬੇਅਦਬੀ ਦੀ ਘਟਨਾ ਵਾਪਰਨ ਵਾਲੀ ਸੀ ਉਸ ਦੇ ਨਾਲ ਜੁੜੀ ਹੋਈ ਹੈ। ਇੱਥੇ ਵੀ ਬੇਅਦਬੀ ਕਰਨ ਵਾਸਤੇ ਜਿਹੜਾ ਮਨਸ਼ਾ ਲੈ ਕੇ ਪਹੁੰਚਿਆ ਸੀ ਵਿਅਕਤੀ, ਉਸ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੀ ਮੌਤ ਹੋ ਗਈ ਸੀ। ਤੇ ਇਸ ਮਾਮਲੇ ਦੇ ਵਿੱਚ ਇੱਕ ਅਪਡੇਟ ਆਈ ਹੈ ਕਿ ਮਰਨ ਵਾਲੇ ਵਿਅਕਤੀ ਦਾ ਬੇਸ਼ੱਕ ਪੁਲਿਸ ਤਾਂ ਪੂਰੀ ਤਰ੍ਹਾਂ ਪਤਾ ਨਹੀਂ ਲਾ ਸਕੀ, ਪਰ ਕਪੂਰਥਲਾ ਪੁਲਿਸ ਨੂੰ ਬਿਹਾਰ ਤੋਂ ਇੱਕ ਔਰਤ ਦਾ ਫੋਨ ਆਇਆ ਹੈ ਜਿਸ ਨੇ ਦਾਅਵਾ ਕੀਤਾ ਕਿ ਮਰਨ ਵਾਲਾ ਵਿਅਕਤੀ ਉਸ ਦਾ ਭਰਾ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹਦਾ ਭਰਾ ਪਿਛਲੇ ਕਾਫੀ ਸਮੇਂ ਤੋਂ ਲਾਪਤਾ ਸੀ ਤੇ ਪਰਿਵਾਰ ਉਹਦੀ ਭਾਲ ਕਰ ਰਿਹਾ ਸੀ। ਇਹ ਵੀ ਜਾਣਕਾਰੀ ਹੈ ਕਿ ਔਰਤ ਨੇ ਪੁਲਿਸ ਨੂੰ ਕੁਝ ਡਾਕੂਮੈਂਟਸ ਤੇ ਤਸਵੀਰਾਂ ਭੇਜੀਆਂ ਨੇ ਤੇ ਪੁਲਿਸ ਕੋਲੇ ਜੋ ਤਸਵੀਰਾਂ ਐਤਵਾਰ ਦੇ ਘਟਨਾਕ੍ਰਮ ਦੀਆਂ ਨੇ ਉਹ ਔਰਤ ਨੂੰ ਭੇਜੀਆਂ ਨੇ। ਪੁਲਿਸ ਨੇ ਮਰਨ ਵਾਲੇ ਵਿਅਕਤੀ ਨੂੰ ਭਰਾ ਕਹਿਣ ਵਾਲੀ ਔਰਤ ਦੇ ਫੋਨ ਆਉਣ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਵਿਅਕਤੀ ਨੂੰ ਭਰਾ ਕਹਿਣ ਦਾ ਦਾਅਵਾ ਕਰਨ ਵਾਲੀ ਇਹ ਔਰਤ ਤੇ ਉਸ ਦਾ ਪਰਿਵਾਰ ਬਿਹਾਰ ਤੋਂ ਪੰਜਾਬ ਲਈ ਚੱਲ ਪਿਆ। ਪੁਲਿਸ ਨੂੰ ਹੁਣ ਇਹਨਾਂ ਦੀ ਉਡੀਕ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ। ਤੇ ਸਿੱਖਾਂ ਨੂੰ ਹੁਣ ਕੋਈ ਬਹੁਤੀ ਆਸ ਨਹੀਂ ਰਹੀ ਹੈ ਕਿ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾਊਗੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਡੇਰਾ ਸਿਰਸਾ ਦਾ ਪ੍ਰੇਮੀ ਹੈ, ਜਿਹੜਾ ਦੋਸ਼ੀ ਹੈ ਨੌਜਵਾਨ, ਹਾਲੇ ਤੱਕ ਪੁਲਿਸ ਮਾਮਲੇ ਦੀ ਤਹਿ ਤੱਕ ਨਹੀਂ ਪਹੁੰਚੀ ਕਿ ਆਖਿਰਕਾਰ ਉਹਨੂੰ ਭੇਜਿਆ ਕਿਹਨੇ ਸੀ। ਇਸ ਕਰਕੇ ਸਿੱਖ ਸਾਫ਼-ਸਾਫ਼ ਕਹਿ ਰਹੇ ਨੇ ਕਿ ਸਾਨੂੰ ਹੁਣ ਇਨਸਾਫ ਦੀ ਕੋਈ ਆਸ ਹੀ ਨਹੀਂ ਹੈ। ਏਜੰਸੀਆਂ ਨੇ ਜਿਹੜੀਆਂ ਕੌਣ ਇਹ ਕਰਵਾ ਰਿਹਾ ਹੈ, ਕਿਹੜਾ ਇਸ ਪਿੱਛੇ ਸਾਜ਼ਿਸ਼ ਘੜ ਹੈ, ਉਸ ਦਾ ਪਤਾ ਲਾਇਆ ਜਾਵੇ। ਉਧਰ ਪੰਜਾਬ ਦੇ ਡੀਜੀਪੀ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ। ਹੁਕਮ ਅਸੀਂ ਤੁਹਾਨੂੰ ਦੱਸ ਦਿੰਨੇ ਆ ਕੀ ਕੀਤੇ ਨੇ। ਸਿਧਾਰਥ ਚੱਟੋਪਾਧਿਆਏ ਜਿਹੜੇ ਪੰਜਾਬ ਦੇ ਨਵੇਂ ਡੀਜੀਪੀ ਲਾਏ ਗਏ ਨੇ, ਸਾਰੇ ਗੁਰੂ ਘਰਾਂ ਅਤੇ ਹੋਰ ਧਾਰਮਿਕ ਸਥਾਨਾਂ ਖਾਸ ਕਰਕੇ ਗੁਰਦੁਆਰਾ ਸਾਹਿਬਾਨਾਂ ਵਿਖੇ CCTV ਲੱਗੇ ਹੋਣੇ ਚਾਹੀਦੇ ਨੇ ਤੇ ਚੱਲਦੀ ਹਾਲਤ ਵਿੱਚ ਹੋਣੇ ਚਾਹੀਦੇ ਨੇ।
ਜਿੱਥੇ ਸੀਸੀਟੀਵੀ ਲੱਗੇ ਹੋਏ ਨੇ ਉੱਥੇ ਰੌਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਕੈਮਰਿਆਂ ਨੂੰ ਇਸ ਤਰ੍ਹਾਂ ਦੀ ਥਾਂ ਤੇ ਲਾਇਆ ਜਾਵੇ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਸਾਰੇ ਗੇਟਾਂ ਰਾਹੀਂ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ। ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਲਗਾਤਾਰ ਕੈਮਰੇ ਚੈੱਕ ਕੀਤੇ ਜਾਣੇ ਚਾਹੀਦੇ ਨੇ। ਰਾਤ ਵੇਲੇ ਧਾਰਮਿਕ ਅਸਥਾਨਾਂ ਖਾਸ ਤੌਰ ਤੇ ਗੁਰਦੁਆਰਾ ਸਾਹਿਬਾਨਾਂ ਵਿਖੇ ਰੌਸ਼ਨੀ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ। ਸੀਸੀਟੀਵੀ ਸਿਸਟਮ ਦੇ ਡੀਵੀਆਰ ਦੇ ਵਿੱਚ ਰਿਕਾਰਡਿੰਗ ਕਰਨ ਦੀ ਪੂਰੀ ਸਮਰੱਥਾ ਹੋਣੀ ਚਾਹੀਦੀ ਹੈ। ਰਿਕਾਰਡਿੰਗ ਕਿਸੇ ਸੁਰੱਖਿਅਤ ਥਾਂ ਤੇ ਰਹਿਣੀ ਚਾਹੀਦੀ ਹੈ ਜਿੱਥੋਂ ਕੋਈ ਸ਼ਰਾਰਤੀ ਅਨਸਰ ਸਬੂਤਾਂ ਦੇ ਨਾਲ ਛੇੜਛਾੜ ਨਾ ਕਰ ਸਕੇ। ਪੁਲਿਸ ਕਮਿਸ਼ਨਰ ਜਾਂ ਸੀਨੀਅਰ ਸੁਪਰਡੈਂਟਾਂ ਵੱਲੋਂ ਸੀਸੀਟੀਵੀ ਸਿਸਟਮ ਲਗਾਤਾਰ ਚੈੱਕ ਕੀਤੇ ਜਾਣੇ ਚਾਹੀਦੇ ਨੇ। ਅੱਗੇ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਰਿਕਾਰਡਿੰਗ ਦਾ 30 ਦਿਨਾਂ ਦਾ ਬੈਕਅਪ ਹੋਣਾ ਚਾਹੀਦਾ ਹੈ। ਜੇ ਸੀਸੀਟੀਵੀ ਦਾ ਕੋਈ ਵੀ ਹਿੱਸਾ ਖਰਾਬ ਹੋ ਜਾਂਦਾ ਹੈ ਤਾਂ ਉਸ ਨੂੰ ਗੁਰਦੁਆਰਾ ਮੈਨੇਜਮੈਂਟ ਦੇ ਵੱਲੋਂ ਤੁਰੰਤ ਠੀਕ ਕਰਵਾਇਆ ਜਾਵੇ। ਕਿ ਸੇਵਾਦਾਰ ਆਪਣੀ ਡਿਊਟੀ ਉੱਤੇ ਤੈਨਾਤ ਨੇ ਇਹ ਯਕੀਨੀ ਬਣਾਉਣਾ ਹੋਵੇਗਾ। ਇੱਕ ਦੂਜੇ ਨਾਲ ਨੰਬਰ ਸਾਂਝੇ ਕੀਤੇ ਜਾਣ, ਕੋਈ ਵੀ ਜਾਣਕਾਰੀ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਅਜਿਹੀਆਂ ਸੰਵੇਦਨਸ਼ੀਲ ਥਾਵਾਂ ਦੇ ਉੱਤੇ ਪੁਲਿਸ ਪੈਟਰੋਲਿੰਗ ਵਧਾਈ ਜਾਵੇ। ਧੁੰਦ ਵਾਲੀਆਂ ਰਾਤਾਂ ਦੌਰਾਨ ਖਾਸ ਇੰਤਜ਼ਾਮ ਕੀਤੇ ਜਾਣ। ਨੋਡਲ ਅਫਸਰਾਂ ਦੇ ਵੱਲੋਂ 15 ਦਿਨਾਂ ਬਾਅਦ ਸੀਸੀਟੀਵੀ ਸਿਸਟਮ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਸੋ ਜਿਹੜੇ ਡੀਜੀਪੀ ਹੈਗੇ ਨੇ ਉਹਨਾਂ ਨੇ ਤਾਂ ਬੜੇ ਸਖਤ ਜਿਹੜੇ ਇਹ ਹੁਕਮ ਜਾਰੀ ਕੀਤੇ ਨੇ, ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸਮੇਂ-ਸਮੇਂ ਦੇ ਉੱਤੇ ਪੁਲਿਸ ਕਮਿਸ਼ਨਰ ਜਾਂ ਸੀਨੀਅਰ ਸੁਪਰਡੈਂਟ ਜਾ ਕੇ ਗੁਰੂ ਘਰਾਂ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਜਾ ਕੇ ਸੀਸੀਟੀਵੀ ਚੈੱਕ ਕਰਨਗੇ ਜਾਂ ਫਿਰ ਜਿੰਨੇ ਵੀ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਇਹਨਾਂ ਸਾਰਿਆਂ ਦੀ ਪਾਲਣਾ ਹੋਵੇਗੀ। ਇਹ ਸਭ ਤੋਂ ਅਹਿਮ ਸਵਾਲ ਹੈ ਕਿਉਂਕਿ 2015 ਦੇ ਵਿੱਚ ਜਦੋਂ ਬੇਅਦਬੀ ਦੀਆਂ ਘਟਨਾਵਾਂ ਪੂਰੇ ਪੰਜਾਬ ਦੇ ਵਿੱਚ ਵਾਪਰਨੀਆਂ ਸ਼ੁਰੂ ਹੋ ਗਈਆਂ ਸੀ ਬਰਗਾੜੀ ਕਾਂਡ ਤੋਂ ਬਾਅਦ, ਉਦੋਂ ਵੀ ਕਮੇਟੀ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਬੜੇ ਬਿਆਨ ਜਾਰੀ ਕੀਤੇ ਗਏ ਸੀ। ਪੁਲਿਸ ਨੇ ਵੀ ਬੜੀ ਮੁਸਤੈਦੀ ਹੈ ਜਿਹੜੀ ਉਹ ਵਰਤਣ ਵਾਲੇ ਬਿਆਨ ਦਿੱਤੇ ਸੀ। ਉਸ ਤੋਂ ਬਾਅਦ ਹੁਣ ਤੱਕ ਤਾਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ। ਕਿ ਇਹ ਜਿਹੜੇ ਹੁਕਮ ਹੈਗੇ ਨੇ ਇਨ ਬਿਨ ਉਹੋ ਜਿਹੇ ਹੁਕਮ ਲੱਗਦੇ ਨੇ ਕਿ ਇਹਨਾਂ ਦੇ ਨਾਲ ਕੋਈ ਅਸਰ ਪਵੇਗਾ, ਇਹ ਵੱਡਾ ਸਵਾਲ ਹੈ। ਤੇ ਕਪੂਰਥਲਾ ਵਾਲੀ ਜਿਹੜੀ ਘਟਨਾ ਹੈਗੀ ਹੈ ਉਸ ਵਿੱਚ ਕਥਿਤ ਤੌਰ ਤੇ ਬੇਅਦਬੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਨੌਜਵਾਨਾਂ ਦੀ ਮੌਬ ਲਿੰਚਿੰਗ ਦੇ ਦੋਸ਼ ਲਾਉਂਦਿਆਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਯਾਨੀ ਕਿ ਜਿਹੜਾ ਨੌਜਵਾਨ ਕੁੱਟ-ਕੁੱਟ ਕੇ ਸੋਧ ਦਿੱਤਾ ਗਿਆ ਹੈ ਉਸ ਨੂੰ ਪੁਲਿਸ ਨੇ ਮੌਬ ਲਿੰਚਿੰਗ ਦੱਸਿਆ ਹੈ ਤੇ ਇੱਥੇ ਇਲਾਕੇ ਵਿੱਚ ਹਾਲਾਤ ਤਣਾਅਪੂਰਨ ਹੀ ਦੱਸੇ ਜਾ ਰਹੇ ਨੇ। ਕਪੂਰਥਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਨਿਜ਼ਾਮਪੁਰ ਵਿੱਚ ਕਥਿਤ ਬੇਅਦਬੀ ਦੇ ਮਾਮਲੇ ਤੋਂ ਇਨਕਾਰ ਕਰਦਿਆਂ ਮੁੱਢਲੀ ਜਾਂਚ ਵਿੱਚ ਚੋਰੀ ਦੀ ਘਟਨਾ ਦਾ ਸੰਕੇਤ ਦਿੱਤਾ ਹੈ ਤੇ ਪਰ ਸਿੱਖ ਭਾਈਚਾਰੇ ਦੇ ਵੱਲੋਂ ਇਸ ਬਿਆਨ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜਦੋਂ ਬੇਅਦਬੀ ਦੀ ਮਨਸ਼ਾ ਦੇ ਨਾਲ ਉਹ ਨੌਜਵਾਨ ਆਇਆ ਸੀ ਉਸਨੇ ਨਿਸ਼ਾਨ ਸਾਹਿਬ ਦੇ ਨਾਲ ਛੇੜਛਾੜ ਕੀਤੀ। ਉਹਦੇ ਹੱਥ ਵਿੱਚ ਹਿੰਦੂ ਧਰਮ ਦਾ ਕੋਈ ਗ੍ਰੰਥ ਸੀ ਤਾਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਚੋਰੀ ਕਰਨ ਆਇਆ ਸੀ? ਜੇ ਚੋਰੀ ਕਰਨ ਆਇਆ ਵੀ ਸੀ, ਜੇ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨਾ ਸੀ ਤਾਂ ਕੀ ਜਦੋਂ ਚੋਰੀ ਕਰ ਲੈਂਦਾ ਤੇ ਫਿਰ ਉਸ ਤੋਂ ਬਾਅਦ ਉਸਨੂੰ ਬੇਅਦਬੀ ਮੰਨਣਾ ਸੀ, ਉਸ ਤੋਂ ਬਾਅਦ ਉਸਨੂੰ ਕਾਂਡ ਮੰਨਿਆ ਜਾਣਾ ਚਾਹੀਦਾ ਸੀ। ਹੁਣ ਜਦੋਂ ਮਨਸ਼ਾ ਦੇ ਨਾਲ ਆ ਹੀ ਗਿਆ ਤਾਂ ਉਸਨੂੰ ਪੁਲਿਸ ਕਿਉਂ ਆਨਾਕਾਨੀ ਕਰ ਰਹੀ ਹੈ, ਚੋਰੀ ਦੀ ਘਟਨਾ ਕਿਉਂ ਬਣਾ ਰਹੀ ਹੈ? ਕਿ ਪੁਲਿਸ ਨੂੰ ਕਿਹਨੇ ਦੱਸਿਆ ਕਿ ਚੋਰੀ ਕਰਨ ਆਇਆ ਸੀ ਜਦੋਂ ਮੁਲਜ਼ਮ ਰਿਹਾ ਹੀ ਨਹੀਂ? ਉਹ ਤਾਂ ਇਸ ਦੁਨੀਆ ਤੋਂ ਜਾ ਚੁੱਕਿਆ। ਪਰ ਪੁਲਿਸ ਕਹਿੰਦੀ ਹੈ ਕਿ ਗੁਰੂ ਘਰ ਦੇ ਵਿੱਚ ਕੋਈ ਪਾਟੇ ਹੋਏ ਅੰਗ ਨਹੀਂ ਮਿਲੇ। ਅਜਿਹਾ ਲੱਗਦਾ ਹੈ ਨੌਜਵਾਨ ਚੋਰੀ ਦੇ ਸ਼ੱਕ ਵਿੱਚ ਉੱਥੇ ਦਾਖਲ ਹੋਇਆ ਸੀ। ਹੁਣ ਜੇ ਇਸੇ ਸੰਦਰਭ ਦੇ ਵਿੱਚ ਦਰਬਾਰ ਸਾਹਿਬ ਦੀ ਘਟਨਾ ਨੂੰ ਦੇਖ ਲਈਏ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜੇ ਲਾਈਵ ਟੈਲੀਕਾਸਟ ਨਾ ਹੁੰਦਾ, ਜੇ ਉੱਥੇ ਸੀਸੀਟੀਵੀ ਨਾ ਲੱਗੇ ਹੁੰਦੇ, ਸੀਸੀਟੀਵੀ ਦੀ ਫੁਟੇਜ ਬਾਹਰ ਨਾ ਆਉਂਦੀ, ਉੱਥੇ ਵੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਥੋੜੀ ਫਟੇ ਹੋਏ ਮਿਲੇ ਸੀ। ਉਹਨੇ ਅੰਗਾਂ ਨੂੰ ਤਾਂ ਕੋਈ ਉੱਥੋਂ ਤੱਕ ਤਾਂ ਪਹੁੰਚਣ ਹੀ ਨਹੀਂ ਦਿੱਤਾ ਸੇਵਾਦਾਰਾਂ ਨੇ, ਪਰ ਜਿਹੜਾ ਉਹ ਜੰਗਲਾ ਟੱਪ ਕੇ ਅੰਦਰ ਵੜ ਗਿਆ ਸੀ ਕਿ ਉਹ ਬੇਅਦਬੀ ਨਹੀਂ ਸੀ। ਸੋ ਇੱਥੇ ਪੁਲਿਸ ਦਾ ਜਿਹੜਾ ਬਿਆਨ ਹੈ ਉਹ ਸਿੱਖਾਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਘਟਨਾ ਦੇ ਵਿੱਚ ਪੁਲਿਸ ਨੇ ਕੁਝ ਲੋਕਾਂ ਨੂੰ ਘੇਰਿਆ ਤਾਂ ਇਲਾਕੇ ਦੇ ਲੋਕਾਂ ਨੇ ਕਪੂਰਥਲਾ ਹਾਈਵੇ ਜਾਮ ਕਰ ਦਿੱਤਾ ਸੀ। ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਜਾਮ ਖੋਲ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਘਟਨਾ ਸਿੱਧੇ ਤੌਰ ਤੇ ਕਤਲ ਦਾ ਮਾਮਲਾ ਹੈ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਹੋਵੇਗੀ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹੀ ਕਿਹਾ ਹੈ ਕਿ ਕਤਲ ਦਾ ਮਾਮਲਾ ਜਿਹੜਾ ਦਰਜ ਕੀਤਾ ਉਹ ਬਿਲਕੁਲ ਖਾਰਜ ਕੀਤਾ ਜਾਵੇ ਤੇ ਉਧਰੋਂ ਜਥੇਦਾਰ ਨੇ ਵੀ ਕਹਿ ਦਿੱਤਾ ਕਿ ਜੇ ਬੇਅਦਬੀ ਦੇ ਦੋਸ਼ੀ ਨੂੰ ਸੰਗਤ ਮੌਕੇ ਤੇ ਸੋਧ ਦੇਵੇਗੀ ਤਾਂ ਸੰਗਤ ਜ਼ਿੰਮੇਦਾਰ ਜਾਂ ਦੋਸ਼ੀ ਨਹੀਂ ਹੋਵੇਗੀ। ਪਰ ਪੁਲਿਸ ਇੱਥੇ ਦੱਸ ਰਹੀ ਹੈ ਕਿ ਇਸ ਨੌਜਵਾਨ ਦੇ ਕੋਲੋਂ ਜਿਹੜਾ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਇਹਦੇ ਕੋਲੋਂ ਆਈ ਕਾਰਡ ਬਰਾਮਦ ਹੋਇਆ। ਉਹ ਇੱਕ ਮਹਿਲਾ ਸਕੂਲ ਦੇ ਬੱਚਿਆਂ ਦੇ ਆਈ ਕਾਰਡ ਨੇ ਜਿਹੜੇ ਇਹਨੇ ਚੋਰੀ ਕੀਤੇ ਸੀ। ਹਾਲਾਂਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਮਰਜੀਤ ਸਿੰਘ ਨੇ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ ਸੀ ਕਿ ਜੋ ਸਵੇਰੇ 4 ਵਜੇ ਨਿਤਨੇਮ ਲਈ ਬਾਹਰ ਨਿਕਲੇ ਤਾਂ ਉਸਨੇ ਨੌਜਵਾਨ ਨੂੰ ਨਿਸ਼ਾਨ ਸਾਹਿਬ ਦਾ ਅਪਮਾਨ ਕਰਦੇ ਹੋਏ ਦੇਖਿਆ ਸੀ। ਗ੍ਰੰਥੀ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਮੈਂ ਇਸ ਨੂੰ ਲਲਕਾਰਿਆ ਤਾਂ ਉਹਨੇ ਹਨੇਰੇ ਵਿੱਚ ਭੱਜਣ ਦੀ
ਕੋਸ਼ਿਸ਼ ਕੀਤੀ ਪਰ ਉਸ ਨੂੰ ਗੁਰਦੁਆਰੇ ਦੇ ਅੰਦਰ ਹੀ ਫੜ ਲਿਆ ਗਿਆ। ਗ੍ਰੰਥੀ ਨੇ ਦੱਸਿਆ ਕਿ ਸ਼ੱਕੀ ਬੰਦੇ ਨੇ ਸਿਰਫ ਇਹ ਦੱਸਿਆ ਸੀ ਕਿ ਮੈਨੂੰ ਦਿੱਲੀ ਤੋਂ ਭੇਜਿਆ ਗਿਆ ਤੇ ਉਸ ਦੀ ਇੱਕ ਭੈਣ ਨੂੰ ਵੀ ਬੇਅਦਬੀ ਲਈ ਮਾਰ ਦਿੱਤਾ ਗਿਆ ਸੀ। ਸੋ ਇਸ ਮਾਮਲੇ ਦੇ ਵਿੱਚ ਜਲੰਧਰ ਪੁਲਿਸ ਨੇ 2 FIR ਦਰਜ ਕਰ ਲਈਆਂ ਨੇ। ਅਮਰਜੀਤ ਸਿੰਘ ਦੇ ਬਿਆਨਾਂ ਤੇ ਧਾਰਾ 305 ਦਰਜ ਕੀਤੀ ਗਈ ਹੈ ਜੋ ਕਿ 295A ਤਹਿਤ ਬੇਅਦਬੀ ਕਰਨ ਦੇ ਲਈ ਕੀਤੀ ਗਈ ਹੈ। ਦੂਸਰੀ FIR ਹੈ ਜਿਹੜੀ ਨੌਜਵਾਨ ਦਾ ਕਤਲ ਕਰਨ ਲਈ 4 ਜਣਿਆਂ ਨੂੰ ਬਾਈ ਨੇਮ ਤੇ 100 ਜਣਿਆਂ ਨੂੰ ਅਣਪਛਾਤੇ ਮੰਨ ਕੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ, ਕਤਲ ਦਾ ਪਰਚਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਆਸ ਲਾਏ ਜਾ ਰਹੇ ਸੀ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਕੁਝ ਬੋਲਣਗੇ ਤਾਂ ਕੀ ਬੋਲਣਗੇ, ਕਿਉਂਕਿ ਜਦੋਂ ਸਿੰਘੂ ਬਾਰਡਰ ਤੇ ਬੇਅਦਬੀ ਦੀ ਘਟਨਾ ਵਾਪਰੀ ਸੀ ਉੱਥੇ ਨਿਹੰਗ ਸਿੰਘਾਂ ਨੇ ਸੋਧਿਆ ਸੀ ਬੇਅਦਬੀ ਦਾ ਦੋਸ਼ੀ। ਉਸ ਤੋਂ ਬਾਅਦ ਢੱਡਰੀਆਂ ਵਾਲੇ ਨੇ ਵੱਖਰੇ ਬਿਆਨ ਦਿੱਤੇ ਸੀ, ਸਿੱਖਾਂ ਦੀਆਂ ਰਵਾਇਤਾਂ ਤੋਂ ਵੱਖਰੇ ਬਿਆਨ, ਤੇ ਹੁਣ ਵੀ ਵੀਡੀਓ ਹੈ ਜਿਹੜੀ ਉਹ ਆਪਣੇ ਚੈਨਲ ਤੋਂ ਪਾਈ ਹੈ, ਪਬਲਿਸ਼ ਕੀਤੀ ਹੈ। ਬੇਅਦਬੀ ਦੀਆਂ ਘਟਨਾਵਾਂ ਬਾਰੇ ਆਪਣੇ ਖਦਸ਼ੇ ਜ਼ਾਹਿਰ ਕਰਦੇ ਹੋਏ ਢੱਡਰੀਆਂ ਵਾਲੇ ਨੇ ਕਿਹਾ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵੋਟਾਂ ਦੇ ਨੇੜੇ ਹੀ ਕਿਉਂ ਹੁੰਦੀਆਂ ਨੇ। ਹੋ ਸਕਦਾ ਹੈ ਸਭ ਰਾਜਨੀਤੀ ਤੋਂ ਪ੍ਰੇਰਿਤ ਹੋਣ। ਇਹ ਹੁਣ ਪੰਜਾਬ ਦੇ ਲੋਕਾਂ ਤੋਂ ਹੈ ਕਿ ਲੋਕਾਂ ਦੇ ਉੱਤੇ ਹੈ ਕਿ ਉਹ ਸਾਰੇ ਵਰਤਾਰੇ ਨੂੰ ਸਮਝਣ, ਪੰਜਾਬੀਅਤ ਦੇ ਭਲੇ ਲਈ ਨਿੱਜੀ ਹਿੱਤਾਂ ਤੋਂ ਉੱਠ ਕੇ ਸਹੀ ਬੰਦੇ ਨੂੰ ਵੋਟ ਪਾਉਣ। ਇਹ ਵੀ ਕਿਹਾ ਕਿ ਇਸ ਗੱਲ ਨੂੰ ਵੀ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਕਿਤੇ ਲਾਈਵ ਵੀਡੀਓ ਦੌਰਾਨ ਬੇਅਦਬੀ ਦੀ ਘਟਨਾ ਨੂੰ ਬੇਖੌਫ ਹੋ ਕੇ ਅੰਜਾਮ ਦੇਣਾ ਬਿਨਾਂ ਕਿਸੇ ਡਰ ਤੋਂ ਇਸ ਗੱਲ ਦਾ ਸਬੂਤ ਹੈ ਕਿ ਸਭ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ, ਜਾਂ ਫਿਰ ਇਹਨਾਂ ਦਾ ਮੁੱਖ ਮਕਸਦ ਪੂਰੀ ਦੁਨੀਆ ਵਿੱਚ ਸਿੱਖਾਂ ਦੇ ਅਕਸ ਨੂੰ ਗਲਤ ਤਰੀਕੇ ਨਾਲ ਇੱਕ ਜਰਾਇਮ ਪੇਸ਼ਾ ਕੌਮ ਵਜੋਂ ਪੇਸ਼ ਕਰਨਾ ਵੀ ਹੋ ਸਕਦਾ ਹੈ। ਇਸ ਸਾਜ਼ਿਸ਼ ਦਾ ਖੁਲਾਸਾ ਹੋ ਸਕਦਾ ਸੀ ਜੇ ਦੋਸ਼ੀ ਨੂੰ ਮਾਰਨ ਦੀ ਬਜਾਏ ਉਸ ਤੋਂ ਸਖਤ ਤਰੀਕੇ ਨਾਲ ਪੁੱਛਗਿੱਛ ਕੀਤੀ ਜਾਂਦੀ। ਇਹ ਕਹਿ ਹੀ ਦਿੱਤਾ ਹੈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ। ਜ਼ਿਆਦਾਤਰ ਸੰਗਤ ਨੂੰ ਇਹ ਇਸ ਤਰ੍ਹਾਂ ਦੇ ਬਿਆਨ ਦੀ ਹੀ ਆਸ ਸੀ ਕਿ ਉਸ ਨੂੰ ਮਾਰਨਾ ਨਹੀਂ ਸੀ ਚਾਹੀਦਾ, ਸਖਤੀ ਨਾਲ ਪੁੱਛਣਾ ਚਾਹੀਦਾ ਸੀ। ਪਰ ਫਿਰ ਸਿੱਖ ਕੌਮ ਸਵਾਲ ਚੁੱਕਦੀ ਹੈ ਕਿ ਜਿਸ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਜਾ ਕੇ ਸਿਗਰਟ ਜਲਾ ਲਈ ਸੀ ਉਹ ਹਾਲੇ ਤੱਕ ਪੁਲਿਸ ਦੀ ਗਿਰਫਤ ਦੇ ਵਿੱਚ ਹੈ। ਕੀ ਉਸਨੇ ਆਪਣੀ ਜੜ ਦੱਸ ਦਿੱਤੀ ਹੈ? ਕੀ ਉਸਨੇ ਦੱਸ ਦਿੱਤਾ ਹੈ ਕੌਣ ਸਾਜ਼ਿਸ਼ ਘਾੜਾ ਹੈ? ਖੈਰ, ਕਹਿੰਦੇ ਪੰਜਾਬੀਆਂ ਨੂੰ ਆਪਣੇ ਗੁਰੂ ਘਰਾਂ ਦੀ ਸੁਰੱਖਿਆ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਅਜਿਹੀ ਅਣਸੁਖਾਵੀ ਘਟਨਾ ਮੁੜ ਨਾ ਵਾਪਰੇ। ਇਹ ਕਿਹਾ ਢੱਡਰੀਆਂ ਵਾਲੇ ਨੇ, ਯਾਨੀ ਕਿ ਬਹੁਤ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਾਕੀ ਸਿੱਖਾਂ ਤੋਂ ਉਲਟਾ ਬਿਆਨ ਨਹੀਂ ਦਿੱਤਾ ਹੈ, ਠੀਕ ਠਾਕ ਜਿਹਾ ਬਿਆਨ ਦਿੱਤਾ ਹੈ। ਉਧਰ ਅੰਮ੍ਰਿਤਸਰ ਦੀ ਪੁਲਿਸ ਹਾਲੇ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਸ਼ਨਾਖਤ ਨਹੀਂ ਕਰ ਸਕੀ ਹੈ। ਨਾ ਹੀ ਪੁਲਿਸ ਨੂੰ ਉਸ ਕੋਲੋਂ ਕੋਈ ਅਜਿਹਾ ਦਸਤਾਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ ਜਿਸ ਆਧਾਰ ਤੇ ਪੁਲਿਸ ਕੇਸ ਦੀ ਤਹਿ ਤੱਕ ਪੁੱਜਦੀ। ਪਰ ਜਿਹੜਾ ਇਹ ਵੀ ਖਬਰਾਂ ਮਿਲੀਆਂ ਕਿ ਜਿਹੜੇ ਉਹਦੇ ਫਿੰਗਰਪ੍ਰਿੰਟ ਹੈਗੇ ਨੇ ਉਹ ਮੈਚ ਨਹੀਂ ਕਰ ਰਹੇ, ਜਿਹੜੀ ਮੁੱਢਲੀ ਜਾਂਚ ਹੋ ਰਹੀ ਹੈ। ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਲਈ ਲੋਕਾਂ ਕੋਲੋਂ ਸਹਿਯੋਗ ਲੈਣ ਦੇ ਲਈ ਇਸ ਵਿਅਕਤੀ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਹੈ। ਕਿਹਾ ਕਿ ਇਸ ਦੀ ਸਿੱਟ ਹੈ ਜਿਹੜੀ ਉਸ ਦਾ ਗਠਨ ਕਰ ਦਿੱਤਾ ਹੈ ਜਿਹੜੀ ਕਿ ਕੇਸ ਦੀ ਲਗਾਤਾਰ ਪੜਤਾਲ ਕਰ ਰਹੀ ਹੈ। ਹੁਣ ਤੱਕ ਦੀਆਂ ਕੋਸ਼ਿਸ਼ਾਂ ਦੇ ਵਿੱਚੋਂ ਕੋਈ ਸੁਰਾਗ ਨਹੀਂ ਮਿਲਿਆ ਹੈ। ਨਾਲ ਹੀ ਉਹਨਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਜੇ ਕਿਸੇ ਨੂੰ ਵੀ ਇਸ ਵਿਅਕਤੀ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਕਮਿਸ਼ਨਰ ਦੇ ਮੋਬਾਈਲ ਨੰਬਰ ਨੇ 978111 30101, ਇੱਕ ਹੋਰ ਨੰਬਰ ਹੈ 9915701100। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਭੰਡਾਲ DCP ਲਾਅ ਐਂਡ ਆਰਡਰ ਇਹਨਾਂ ਦਾ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ 9554 4 ਵਾਰੀ 0 ਤੇ 1, ਯਾਨੀ ਕਿ 9554 00001। ਇਸ ਦੇ ਨਾਲ ਹੀ ਹਰਪਾਲ ਸਿੰਘ ADCP ਦਾ ਮੋਬਾਈਲ ਨੰਬਰ ਹੈ 9876 19099। ਇਹ ਤੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ, ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ। ਇਸ ਮਸਲੇ ਦੇ ਵਿੱਚ ਸਿਆਸਤਦਾਨ ਵੀ ਵੱਧ ਚੜ ਕੇ ਹਿੱਸਾ ਲੈਂਦੇ ਨੇ। ਖਾਸ ਤੌਰ ਤੇ ਨਾਮ ਆਉਂਦਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ। ਆਪਣੀ ਹੀ ਸਰਕਾਰ ਦੇ ਵਿੱਚ ਰਹਿੰਦੇ ਹੋਏ ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਮਾਮਲਿਆਂ ਦਾ ਇਨਸਾਫ ਨਾ ਮਿਲਣ ਤੇ ਲਗਾਤਾਰ ਆਵਾਜ਼ ਚੁੱਕਦੇ ਰਹੇ ਨੇ। ਕਈ ਵਾਰੀ ਹੋ ਚੁੱਕਿਆ ਕਿ ਨਵਜੋਤ ਸਿੰਘ ਸਿੱਧੂ ਬਰਗਾੜੀ ਪਿੰਡ ਜਾਂ ਬਹਿਬਲ ਕਲਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਪੀੜਤਾਂ ਨੂੰ ਮਿਲਦੇ ਰਹੇ ਨੇ ਤੇ ਹੁਣ ਫਿਰ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ ਬਹਿਬਲ ਕਲਾਂ ਗੋਲੀ ਕਾਂਡ ਸਾਵੀ ਜਿਹੜੀ ਥਾਂ ਹੈ ਉਸ ਤੇ ਧਰਨਾ ਲੱਗਿਆ ਹੋਇਆ। ਪੀੜਤ ਜਿਹੜੇ ਗੋਲੀकांड ਦੇ ਵਿੱਚ ਮਾਰੇ ਗਏ ਸੀ, ਸ਼ਹੀਦ ਹੋ ਗਏ ਸੀ, ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਧਰਨਾ ਲਾਇਆ ਗਿਆ। ਖਾਸ ਕਰਕੇ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਇਸ ਗੋਲੀकांड ਦੇ ਵਿੱਚ ਸ਼ਹੀਦ ਹੋ ਗਏ ਸੀ, ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਨੇ ਆਖਿਰਕਾਰ 6 ਸਾਲਾਂ ਬਾਅਦ ਅਦਾਲਤਾਂ ਦੇ ਚੱਕਰ ਕੱਟ ਕੇ ਇਨਸਾਫ ਦੀ ਉਡੀਕ ਦੇ ਵਿੱਚ ਥੱਕ ਹਾਰ ਕੇ ਹੁਣ 6 ਸਾਲਾਂ ਬਾਅਦ ਪੱਕਾ ਮੋਰਚਾ ਗੱਡ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ। ਉਹਨਾਂ ਨੇ ਲਾਈਵ ਇਥੋਂ ਆਪਣੇ ਫੇਸਬੁੱਕ ਪੇਜ ਤੇ ਟੈਲੀਕਾਸਟ ਕੀਤਾ ਤੇ ਇਸ ਦੌਰਾਨ ਸੁਖਰਾਜ ਸਿੰਘ ਨੇ ਸਿੱਧੂ ਨੂੰ ਤਿੱਖੇ ਸਵਾਲ ਕੀਤੇ। ਪੁੱਛਿਆ ਕਿ ਤੁਹਾਡੀ ਸਰਕਾਰ ਨੇ 3 ਮਹੀਨਿਆਂ ਦੇ ਵਿੱਚ ਕੀਤਾ ਕੀ ਹੈ।
ਸਵਾਲ ਭਾਵੇਂ ਸਿੱਧੂ ਨੂੰ ਪੁੱਛੇ ਪਰ ਸਿੱਧੂ ਨੇ ਆਪਣੇ ਤੇ ਸਵਾਲ ਲੈ ਕੇ ਪੂਰੀ ਕਾਂਗਰਸ ਨੂੰ ਲਪੇਟੇ ਦੇ ਵਿੱਚ ਲੈ ਲਿਆ ਹੈ। ਸਿੱਧੂ ਨੇ ਕਿਹਾ ਕਿ ਫੈਸਲੇ ਲੈਣ ਦੀ ਮੈਨੂੰ ਤਾਕਤ ਮਿਲੇ ਤਾਂ ਮੈਂ ਇੱਕ ਦਿਨ 'ਚ ਇਨਸਾਫ ਦਿਵਾ ਦਊਂਗਾ। ਮੈਂ ਲੋਕਾਂ ਦੀ ਆਵਾਜ਼ ਬੁਲੰਦ ਜ਼ਰੂਰ ਕਰ ਸਕਦਾ ਪਰ ਮੇਰੇ 'ਚ ਫੈਸਲੇ ਲੈਣ ਦੀ ਤਾਕਤ ਨਹੀਂ ਹੈ। ਮੈਨੂੰ ਜਿੰਨਾ ਅਖਤਿਆਰ ਜਿੰਨੀ ਤਾਕਤ ਦਿੱਤੀ ਗਈ ਹੈ ਉਹ ਤੋਂ ਕਿਤੇ ਵੱਧ ਮੈਂ ਵਰਤੀ ਹੈ। ਆਪਣੇ ਅਹੁਦੇ ਦਾ ਤੇ ਲਾ ਕੇ ਜਿੰਨੀ ਪਾਵਰ ਸੀ ਮੈਂ ਉਹਨੂੰ ਵਰਤਿਆ। ਮੈਂ ਤੁਹਾਨੂੰ ਸਮਰਥਨ ਦੇਣ ਆਇਆ। ਸਿੱਧੂ ਨੇ ਕਿਹਾ ਕਿ ਸਿਸਟਮ ਨੂੰ ਜਵਾਬ ਦੇਣਾ ਪਵੇਗਾ। ਅਸੀਂ ਸਾਰੇ ਇੱਕੋ ਲੜਾਈ ਲੜ ਰਹੇ ਹਾਂ। ਮੈਂ ਸਾਰਾ ਕੁਝ ਤਿਆਗ ਸਕਦਾ ਪਰ ਗੁਰੂ ਦਾ ਦਰ ਨਹੀਂ ਛੱਡਾਂਗਾ। ਸੁਖਰਾਜ ਸਿੰਘ ਨੇ ਤਿੱਖੀ ਆਵਾਜ਼ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਭੈ ਤੋਂ ਬੇਖੌਫ ਹੋ ਕੇ ਸਵਾਲ ਪੁੱਛਿਆ ਤੇ ਕਿਹਾ, ਤਾਨਾ ਮਾਰਿਆ ਕਿ ਤੁਹਾਡੇ ਵਿਧਾਇਕ ਅੱਜ ਵੀ ਉਸ ਡੇਰਾ ਸਿਰਸਾ ਦੇ ਵਿੱਚ ਜਾ ਕੇ ਵੋਟਾਂ ਮੰਗਦੇ ਨੇ, ਜਦਕਿ ਸਾਫ਼ ਹੈ, ਸਪਸ਼ਟ ਹੈ ਕਿ ਡੇਰੇ ਦੇ ਅੰਦਰ ਹੀ ਬੇਅਦਬੀ ਦੀ ਸਾਜ਼ਿਸ਼ ਰਚੀ ਗਈ। ਕਾਂਗਰਸ ਡੇਰੇ ਜਾਣ ਵਾਲਿਆਂ ਨੂੰ ਸਵਾਲ ਕਿਉਂ ਨਹੀਂ ਪੁੱਛਦੀ। ਸਿੱਧੂ ਨੇ ਸੁਖਰਾਜ ਦੀ ਗੱਲ ਨੂੰ ਟਾਲਦਿਆਂ ਕਿਹਾ ਕਿ ਬੇਟਾ ਇਹ ਆਵਾਜ਼ ਪੂਰੀ ਦੁਨੀਆ ਦੇ ਵਿੱਚ ਬੁਲੰਦ ਕਰ ਦਿਆਂਗੇ। ਯਾਨੀ ਕਿ ਉਹ ਲਾਈਵ ਟੈਲੀਕਾਸਟ ਕਰ ਰਹੇ ਸੀ। ਇਹ ਗੱਲ ਕਹਿੰਦੇ ਲੁਕਾਉਣੀ ਨਹੀਂ ਚਾਹੀਦੀ, ਸੱਚ ਲੁਕੋਇਆ ਨਹੀਂ ਜਾਣਾ ਚਾਹੀਦਾ। ਇਹ ਆਵਾਜ਼ ਪੂਰੀ ਦੁਨੀਆ ਦੇ ਵਿੱਚ ਬੁਲੰਦ ਕਰ ਦਿਓ। ਯਾਨੀ ਕਿ ਸਿੱਧੂ ਨੇ ਸਿੱਧਾ ਤਾਂ ਆਪਣੇ ਕਾਂਗਰਸੀ ਸਾਥੀਆਂ ਨੂੰ ਕੁਝ ਨਹੀਂ ਕਿਹਾ ਕਿ ਤੁਸੀਂ ਡੇਰੇ ਵੋਟਾਂ ਮੰਗਣ ਨਾ ਜਾਇਓ। ਸੁਖਰਾਜ ਸਿੰਘ ਨੇ ਕਿਹਾ। ਸੁਖਰਾਜ ਦਾ ਮੈਸੇਜ ਸਿੱਧੂ ਨੇ ਆਪਣੇ ਫੇਸਬੁੱਕ ਲਾਈਵ ਟੈਲੀਕਾਸਟ ਦੇ ਰਾਹੀਂ ਸਾਰੇ ਕਾਂਗਰਸੀਆਂ ਤੱਕ ਪਹੁੰਚਾ ਦਿੱਤਾ ਹੈ। ਇਹ ਉਹ ਮੁੰਡਾ ਜਿਹਨੂੰ ਚਰਨਜੀਤ ਸ਼ਰਮਾ ਸ਼ਰੇਆਮ ਲੱਤਾਂ ਮਾਰੀ ਜਾਂਦਾ ਸੀ। ਗੋਲੀ ਲੱਗਣ ਤੋਂ ਬਾਅਦ ਚੱਕਣ ਦੀ ਬਜਾਏ ਦੇ ਲੱਤਾਂ ਮਾਰਦਾ ਸੀ ਉਹ। ਫਸਟ ਏਡ ਤਾਂ ਕੀ ਦੇਣੀ ਸੀ ਉਹ ਇਹਨੂੰ ਇਹ ਚਾਹੁੰਦਾ ਸੀ ਵੀ ਇਹ ਰਵੇ ਹੀ ਨਾ। ਕਿੰਨੀ ਆਸ 5 ਸਾਲ ਦਾ ਸਮਾਂ ਸਰਕਾਰ ਇਸ ਵਿਸ਼ੇ ਤੇ ਬਣੀ ਹੈ ਜੀ। ਅੱਜ ਤੱਕ ਮੈਂ ਸਮਝਦਾ ਵੀ ਜਿਹੜੀ ਨਵੀਂ ਵੀ ਇਸ ਤੇ ਬਣ ਗਈ ਉਹਨੇ ਬਿਆਨ ਵੀ ਨਹੀਂ ਲਵਾਇਆ। ਉਹਨਾਂ ਦਾ ਇੱਕ ਬਿਆਨ ਵੀ ਨਹੀਂ ਆਇਆ ਇਸ ਵਿਸ਼ੇ ਤੇ ਵੀ ਕੁਝ ਕਰਨਾ ਚਾਹੁੰਦੇ ਆ। ਜੇ ਅਸੀਂ ਮਿਲ ਦੀ ਗੱਲ ਕੀਤੀ ਆ, ਮੇਰਾ ਆਇਆ ਕਿ ਨਹੀਂ ਆਇਆ? ਜੇ ਤੁਹਾਡੇ ਹੱਥ 'ਚ ਪਾਵਰ ਆ ਜਾਂ ਤੁਸੀਂ ਤਾਂ ਕਰ ਦਿਓ। ਸਾਰਾ ਕੁਝ ਤਾਂ ਪਤਾ ਹੈ। ਜੇ 15 'ਚ ਕੀਤਾ ਹੁੰਦਾ ਤੇ ਕੱਲ ਵਾਲਾ ਸਾਨੂੰ ਦੇਖਣਾ ਨਾ ਪੈਣਾ, ਸਾਹਮਣੇ ਨਹੀਂ ਕਰਨਾ ਇਹ ਗੁਰੂ ਨੂੰ ਇਨਸਾਫ ਨਹੀਂ ਤੇ ਫਿਰ ਇੱਕ ਆਮ ਬੰਦਾ ਕਿਹੜੇ ਇਨਸਾਫ ਨੂੰ ਦੇਖੂਗਾ? ਸਿਰਫ ਪਾਵਰ ਕੁਰਸੀ ਨੂੰ ਲੈਣ ਵਾਸਤੇ ਮੰਗੀ ਜਾਂਦੀ ਹੈ ਵੀ ਸਾਨੂੰ ਕੁਰਸੀ ਮਿਲ ਜੇ। ਕਿਹੜਾ ਘੰਟਿਆਂ 'ਚ ਕਹਿੰਦੇ ਘੰਟਿਆਂ 'ਚ ਹੱਲ ਕਰ ਦਿਆਂਗੇ। ਅੱਜ 3 ਮਹੀਨੇ ਦਾ ਸਮਾਂ ਹੋ ਗਿਆ। ਪਾਵਰ ਆਈਆਂ ਨੂੰ ਡਿਪਟੀ ਸੀਐਮ ਵੀ ਆ, ਗ੍ਰਹਿ ਮੰਤਰੀ ਵੀ ਆ। ਅੱਜ ਸਿਸਟਮ ਨੂੰ ਜਵਾਬ ਦੇਣੇ ਪੈਣੇ। ਇਹਨਾਂ ਗੱਲਾਂ ਦੇ ਉੱਤੇ ਹੀ ਮੁੱਖ ਮੰਤਰੀ ਬਣੇ ਸੀ, ਇਹਨਾਂ ਗੱਲਾਂ ਦੇ ਉੱਤੇ ਹੀ ਲੈ ਗਏ। ਇਹ ਗੁਰੂ ਦਾ ਹੀ ਉਹ ਹੈ ਨਾ। ਮੋਦੀ ਦੇ ਵਾਸਤੇ ਨਹੀਂ ਕਰ ਸਕਦੇ। ਮੇਰੀ ਗੱਲ ਨੂੰ ਸੁਣੋ ਤੇ ਆ ਬਹਿ ਗਏ ਆ ਕਿਸੇ ਨੂੰ ਟਾਈਮ ਨਹੀਂ ਦਿੰਦਾ ਸੀ ਤੇ ਅੱਜ ਲੋਕਾਂ ਦੇ ਘਰਾਂ ਜੇ ਕਰ ਦਿੰਦੇ ਆ। ਕਾਨੂੰਨ ਹੱਥ ਚ ਲੈਣ ਵਾਲੇ ਕਹਿੰਦੇ ਨਾ ਕਾਨੂੰਨ ਦੇ ਹੱਥ ਲੰਬੇ ਆ, ਪਰ ਸਾਨੂੰ 6 ਸਾਲਾਂ ਤੋਂ ਕਾਨੂੰਨ ਦੇ ਹੱਥ ਦਿਸੇ ਹੀ ਨਹੀਂ। ਤੁਹਾਡੇ ਹੱਥ ਸਾਰਾ ਕੁਝ ਆ। ਚੰਨੀ ਅੱਜ ਤੁਸੀਂ ਪਾਸੇ ਕਰ ਸਕਦੇ ਹੋ। ਮੁੱਖ ਮੰਤਰੀ ਰਾਹੁਲ ਜੀ ਨੇ ਲਾਇਆ ਚੰਨੀ ਸਾਹਿਬ ਨੂੰ ਜੀ, ਤੇ ਉਹ ਫਿਰ ਬੇਅਦਬੀ ਦਾ ਇਨਸਾਫ ਵੀ ਦਿਓ। ਰਾਹੁਲ ਸਾਹਿਬ ਕਹਿਣ ਨੂੰ ਚੰਨੀ ਸਾਹਿਬ ਨੂੰ ਵੀ ਇਨਸਾਫ ਦਿਓ ਜੀ। ਅੱਜ ਵੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਐਮਐਲਏ ਬਣੇ ਹੋਏ ਆ, ਕੁਝ ਕੁ ਬਣਨ ਦੀ ਇੱਛਾ ਰੱਖਦੇ ਆ, ਅੱਜ ਵੀ ਉਹਦੇ ਡੇਰੇ ਤੇ ਜਾ ਕੇ ਵੋਟਾਂ ਮੰਗਦੇ ਆ। ਬੇਟਾ ਜੋ ਕਿਹਾ ਇਹ ਆਵਾਜ਼ ਪੂਰੀ ਦੁਨੀਆ 'ਚ ਬੁਲੰਦ ਕਰ ਦਿਓ ਬੁਲੰਦ। ਇਹ ਸੱਚ ਦੀ ਆਵਾਜ਼ ਆ। ਇਹ ਫਿਰ ਅੱਖ ਜੱਖ ਪਾ ਕੇ ਵੀ ਤੇਰੀ ਕੀ ਫਰਿਆਦ ਹੈ, ਕਿਉਂਕਿ ਅਸਲੀ ਹੱਕਦਾਰ ਤੂੰ ਹੈ ਨਿਆਂ ਦਾ। ਅਸੀਂ ਤਾਂ 6 ਸਾਲ ਦੇ ਕਹੀ ਜਾਂਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਵਾਪਰਿਆ ਉਸ ਤੋਂ ਬੁਰਾ ਕੁਝ ਹੋ ਹੀ ਨਹੀਂ ਸਕਦਾ। ਬਹੁਤ ਅਫਸੋਸ ਦੀ ਗੱਲ ਹੈ ਕਿ ਡੀਸੀ ਦੀ ਜਾਂਚ ਕਮੇਟੀ ਬਣਾਈ ਗਈ ਹੈ। ਇੰਨੇ ਗੰਭੀਰ ਮਾਮਲੇ ਦੀ ਵਿੱਚ ਜੱਜ ਦਾ ਕਮਿਸ਼ਨ ਬਿਠਾ ਕੇ ਜਾਂਚ ਹੋਣੀ ਚਾਹੀਦੀ ਹੈ। ਚੰਨੀ ਸਰਕਾਰ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਇਸ ਗੱਲ ਤੋਂ ਹੀ ਪਤਾ ਲੱਗਦਾ ਕਿ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ। ਬੇਅਦਬੀ ਕਰਨ ਵਾਲੇ ਕਰਵਾਉਣ ਵਾਲਿਆਂ ਦੇ ਪਿੱਛੇ ਕੌਣ ਹੈ, ਇਸ ਦੀ ਪਛਾਣ ਹੋਣੀ ਚਾਹੀਦੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਬੇਅਦਬੀ ਮਾਮਲੇ ਤੇ ਬੋਲਦਿਆਂ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਹਿੰਦੇ ਮੈਨੂੰ ਲੱਗਦਾ ਹੈ ਸਰਹੱਦੋਂ ਪਾਰ ਪੰਜਾਬ ਦੇ ਵਿੱਚ ਗੜਬੜੀ ਦੀ ਸਾਜ਼ਿਸ਼ ਹੋ ਰਹੀ ਹੈ। ਹੁਣ ਸਰਹੱਦੋਂ ਪਾਰ ਪਾਕਿਸਤਾਨ ਵੀ ਹੈ, ਸਰਹੱਦੋਂ ਪਾਰ ਜਿਹੜਾ ਹਰਿਆਣਾ ਵੀ ਨਾਲ ਲੱਗਦਾ ਹੈ, ਰਾਜਸਥਾਨ ਵੀ ਨਾਲ ਲੱਗਦਾ ਹੈ, ਦਿੱਲੀ ਵੀ ਨਾਲ ਲੱਗਦਾ ਹੈ। ਹੁਣ ਕਿਹਦੇ ਤੇ ਜਿਹੜੇ ਸੁਨੀਲ ਜਾਖੜ ਨਿਸ਼ਾਨਾ ਲਾ ਰਹੇ ਨੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਹਿੰਦੇ ਸਾਡੇ ਸਿਆਸੀ ਮਤਭੇਦ ਹੋ ਸਕਦੇ ਨੇ ਪਰ ਕਿਸੇ ਵੀ ਪਾਰਟੀ ਦੀ ਜਿਹੀ ਘਟੀਆ ਮਾਨਸਿਕਤਾ ਨਹੀਂ ਹੋ ਸਕਦੀ। ਆਮ ਆਦਮੀ ਪਾਰਟੀ ਨੂੰ ਵੀ ਕਹਿੰਦੇ ਹੋ ਸਕਦੇ ਨੇ, ਬੀਜੇਪੀ ਨੂੰ ਵੀ ਕਹਿੰਦੇ ਹੋ ਸਕਦੇ ਨੇ। ਜਾਖੜ ਨੇ ਇਹਨਾਂ ਘਟਨਾਵਾਂ ਦੀ ਨਿੰਦਾ ਕਰਦਿਆਂ ਅਪੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਸਮੇਂ ਸ਼ਾਂਤ ਰਹਿਣਾ ਚਾਹੀਦਾ ਹੈ। ਦੋਸ਼ੀ ਦੇ ਫੜੇ ਜਾਣ ਤੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਜਾਂਚ ਲਈ ਸੌਂਪਣਾ ਚਾਹੀਦਾ ਹੈ ਤੇ ਤਾਂ ਹੀ ਅਸੀਂ ਮਾਮਲੇ ਦੀ ਜੜ ਤੱਕ ਪਹੁੰਚ ਸਕਾਂਗੇ। ਪਰ ਫਿਰ ਉੱਥੇ ਸਿੱਖਾਂ ਦੇ ਕੋਲ ਡਿਫੈਂਡ ਕਰਨ ਦੇ ਲਈ ਇਹ ਗੱਲ ਹੈ ਕਿ 6 ਸਾਲ ਹੋ ਗਏ, ਪੁਲਿਸ ਤੇ ਯਕੀਨ ਕੀਤਾ, ਪੁਲਿਸ ਨੇ ਕੁਝ ਨਹੀਂ ਕੀਤਾ। ਹੁਣ ਤੱਕ ਸਾਰੇ ਦੋਸ਼ੀ ਪੁਲਿਸ ਨੂੰ ਸੌਂਪੇ ਗਏ ਨੇ, ਬੜੇ ਬੰਦੇ ਫੜੇ ਗਏ ਨੇ ਪਰ ਹਾਲੇ ਤੱਕ ਜੜ ਤੱਕ ਨਹੀਂ ਪਹੁੰਚੀ ਪੁਲਿਸ।
ਡੀਐਸਜੀਐਮਸੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਦਿੱਲੀ ਦੀਆਂ ਸਾਰੀਆਂ ਸਿੰਘ ਸਭਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਕੌਮੀ ਰਾਜਧਾਨੀ ਦੇ ਵਿੱਚ ਗੁਰੂ ਘਰਾਂ ਦੇ ਅੰਦਰ ਪੂਰੀ ਚੌਕਸੀ ਰੱਖੀ ਜਾਵੇ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਅਤਿਅੰਤ ਮੰਦਭਾਗੀਆਂ ਘਟਨਾਵਾਂ ਦੱਸਿਆ ਹੈ। ਉਹਨਾਂ ਕਿਹਾ ਕਿ ਸਿੱਟ ਦੇ ਨਾਲ ਕੇਂਦਰ ਸਰਕਾਰ ਤੇ ਕੌਮਾਂਤਰੀ ਏਜੰਸੀਆਂ ਨੂੰ ਸੂਬੇ ਦੇ ਵਿੱਚ ਵੋਟਾਂ ਵੇਲੇ ਅਜਿਹੀਆਂ ਘਟਨਾਵਾਂ ਵਾਪਰਨ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਕੱਲੀਆਂ ਕੇਂਦਰ ਦੀਆਂ ਏਜੰਸੀਆਂ ਤੇ ਸਾਨੂੰ ਵਿਸ਼ਵਾਸ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਬਹੁਤ ਦੁਖਾਂਤ ਝੱਲਿਆ ਹੈ ਤੇ ਇੱਕ ਹੋਰ ਦੁਖਾਂਤ ਵੱਲ ਪੰਜਾਬ ਨੂੰ ਧੱਕਿਆ ਜਾ ਰਿਹਾ ਹੈ। ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਗੱਲ ਕਰਦੇ ਹਾਂ ਕਿਸਾਨਾਂ ਦੇ ਸੰਘਰਸ਼ ਦੀ। ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 20 ਦਸੰਬਰ ਤੋਂ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਸ਼ੁਰੂ ਕਰ ਦਿੱਤੇ ਗਏ ਨੇ। ਜਥੇਬੰਦੀ ਦਾ ਕਹਿਣਾ ਹੈ ਕਿ ਧਰਨੇ ਮਾਲਵਾ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਸਮੇਤ ਜਲੰਧਰ, ਤਰਨਤਾਰਨ, ਗੁਰਦਾਸਪੁਰ ਤੇ ਹੋਰ ਆਪਣੇ ਪ੍ਰਭਾਵ ਵਾਲੇ ਜ਼ਿਲ੍ਹਿਆਂ ਵਿੱਚ ਲਗਾਤਾਰ 5 ਦਿਨ ਰਾਤ ਚੱਲਣਗੇ 20 ਤੋਂ 24 ਦਸੰਬਰ ਤੱਕ। ਉਗਰਾਹਾਂ ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਿਲਾਫ ਕੀਤੇ ਹੋਏ ਵਾਅਦਿਆਂ ਨੂੰ ਲਾਗੂ ਕਰਵਾਉਣ ਦੇ ਲਈ ਅਜਿਹਾ ਅੰਦੋਲਨ ਬਹੁਤ ਸਮਾਂ ਪਹਿਲਾਂ ਚਲਾਇਆ ਜਾਣਾ ਚਾਹੀਦਾ ਸੀ, ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ ਸੀ। ਇਹਨਾਂ ਦੀਆਂ ਮੰਗਾਂ ਨੇ ਕਿ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਤਬਾਹੀ ਤੇ ਗੜੇਮਾਰੀ ਨਾਲ ਝੋਨੇ ਤੇ ਹੋਰ ਫਸਲਾਂ ਦੀ ਤਬਾਹੀ ਦਾ ਮੁਆਵਜ਼ਾ 17,000 ਰੁਪਏ ਪ੍ਰਤੀ ਏਕੜ ਅਤੇ 10% ਖੇਤ ਮਜ਼ਦੂਰਾਂ ਨੂੰ ਤੁਰੰਤ ਅਦਾ ਕਰਨ ਤੇ ਬਾਕੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਸੋ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੇ ਇੱਕ ਵਾਰ ਫਿਰ ਚੰਨੀ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਕਿਸਾਨ ਸਫਲ ਰਹੇ ਨੇ, ਪਰ ਹਾਲੇ ਵੀ ਬਹੁਤ ਸਾਰੀਆਂ ਸਾਡੀਆਂ ਕਿਸਾਨੀ ਮੰਗਾਂ ਹੈਗੀਆਂ ਜਿਹੜੀਆਂ ਕਿ ਅਹਿਮ ਨੇ, ਜਿਹੜੀਆਂ ਪੂਰੀਆਂ ਨਹੀਂ ਹੋਈਆਂ ਤੇ ਉਹਨਾਂ ਮੰਗਾਂ ਦੇ ਲਈ ਸਾਨੂੰ ਸੰਘਰਸ਼ ਕਰਨ ਦੀ ਹਾਲੇ ਲੋੜ ਹੈ। ਇਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕਰਜ਼ ਮਾਫੀ ਸਣੇ ਕਈ ਵਾਅਦੇ ਕੀਤੇ ਸੀ ਪਰ ਪੂਰਾ ਕੋਈ ਨਹੀਂ ਕੀਤਾ, ਇਸ ਕਰਕੇ ਸਰਕਾਰ ਦੀ ਘੇਰਾਬੰਦੀ ਕਰਨ ਲਈ ਮਜਬੂਰ ਹੋ ਗਏ ਹਾਂ। ਉਗਰਾਹਾਂ ਜਥੇਬੰਦੀ ਦੇ ਨਾਲ 20 ਦਸੰਬਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਪੰਜਾਬ ਦੇ ਵਿੱਚ ਰੇਲਾਂ ਦੇ ਚੱਕਾ ਜਾਮ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਦੇ ਵੱਲੋਂ ਪੰਜਾਬ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਸਾਰਾ ਕਰਜ਼ਾ ਖਤਮ ਕਰਨ ਸਮੇਤ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਹੋਰ ਮੰਗਾਂ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੇ ਵੱਲੋਂ ਜਥੇਬੰਦੀ ਦੀ ਅਗਵਾਈ ਦੇ ਵਿੱਚ ਦੇਵੀਦਾਸਪੁਰ ਵਿਖੇ ਅੰਮ੍ਰਿਤਸਰ ਦਿੱਲੀ ਰੇਲ ਟਰੈਕ ਮੁਕੰਮਲ ਤੌਰ ਤੇ ਜਾਮ ਕਰਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਕਿ ਅਗਲੇ ਐਲਾਨ ਤੱਕ ਜਾਰੀ ਰਹੇਗਾ। ਪੱਕੇ ਮੋਰਚੇ ਦੇ ਵਿੱਚ ਕਿਸਾਨ ਤੇ ਮਜ਼ਦੂਰ ਆਪਣੇ ਨਾਲ ਰਸਦ, ਪਾਣੀ ਤੇ ਬਿਸਤਰੇ ਲੈ ਕੇ ਪਹੁੰਚ ਗਏ ਨੇ। ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਹਾਲੇ ਤੱਕ ਨਹੀਂ ਮੰਨੀਆਂ, ਉਹਨਾਂ ਨੂੰ ਪੂਰਾ ਕਰਵਾਉਣ ਦੇ ਲਈ ਮੁੜ ਰੇਲਵੇ ਟਰੈਕਾਂ ਤੇ ਡਟ ਗਏ ਨੇ। ਸੂਬਾ ਜਨਰਲ ਪ੍ਰਧਾਨ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਬੰਧੇਰ ਨੇ ਕਿਹਾ ਹੈ ਕਿ ਜਥੇਬੰਦੀ ਦੇ ਸੂਬਾ ਆਗੂਆਂ ਦੇ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ 29 ਸਤੰਬਰ ਨੂੰ ਮੀਟਿੰਗ ਹੋਈ ਸੀ, ਜਿਹਦੇ ਵਿੱਚ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਸਾਫ਼ ਮੁੱਕਰ ਗਈ ਹੈ। ਕੋਈ ਵੀ ਸਾਡੇ ਮਸਲੇ ਹੱਲ ਨਹੀਂ ਕੀਤੇ ਗਏ, ਇਸ ਕਰਕੇ ਹੁਣ ਤੋਂ 20 ਦਸੰਬਰ ਤੋਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਤੇ ਇਹਦੀ ਜ਼ਿੰਮੇਦਾਰ ਪੂਰੀ ਤਰ੍ਹਾਂ ਦੇ ਨਾਲ ਚੰਨੀ ਸਰਕਾਰ ਹੈ। ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਗੱਲ ਨਾ ਸੁਣੀ ਤਾਂ 22 ਦਸੰਬਰ ਨੂੰ 3 ਹੋਰ ਥਾਵਾਂ ਤੇ ਮੋਰਚੇ ਸ਼ੁਰੂ ਕਰ ਦਿੱਤੇ ਜਾਣਗੇ। ਉਧਰ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਆਖਿਰਕਾਰ ਮੁੱਖ ਮੰਤਰੀ ਬਣਨ ਤੋਂ ਤੌਬਾ ਕਰ ਹੀ ਦਿੱਤੀ ਹੈ। ਰਾਜੇਵਾਲ ਨੇ ਕਿਆ ਸਰਾਈਆਂ ਖਤਮ ਕਰਦਿਆਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਨਾ ਚਾਹੁੰਦਾ, ਮੇਰੇ ਹੱਥ ਖੜੇ ਨੇ। ਉਹਨਾਂ ਕਿਹਾ ਕਿ ਇਹ ਪੰਜਾਬੀ ਨੇ, ਜਦੋਂ ਕਿਸੇ ਨੂੰ ਅਸਮਾਨ ਤੇ ਚਾੜਦੇ ਨੇ ਤਾਂ ਕੋਈ ਕਸਰ ਨਹੀਂ ਛੱਡਦੇ ਤੇ ਜਦੋਂ ਧਰਤੀ ਤੇ ਸੁੱਟਦੇ ਨੇ ਤਾਂ ਛਿੱਤਰ ਮਾਰਨ ਵਿੱਚ ਵੀ ਢਿੱਲ ਨਹੀਂ ਕਰਦੇ। ਰਾਜੇਵਾਲ ਇੱਕ ਸਮਾਗਮ ਦੇ ਵਿੱਚ ਬੋਲ ਰਹੇ ਸੀ। ਉਹਨਾਂ ਕਿਹਾ ਕਿ ਉਮਰ ਦੇ ਇਸ ਪੜਾਅ 'ਚ ਆ ਕੇ ਬੜਾ ਕੁਝ ਸੋਚਣਾ ਪੈਂਦਾ ਹੈ। ਮਜ਼ਾਕੀਆ ਲਹਿਜੇ ਦੇ ਵਿੱਚ ਕਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਮੋਦੀ ਨਾਲੋਂ ਘੱਟ ਨਹੀਂ ਹਾਂ, ਇਸ ਕਰਕੇ ਮੈਂ ਸੀਐਮ ਬਣ ਕੇ ਕੀ ਲੈਣਾ। ਕਿਸਾਨੀ ਖਬਰਾਂ ਤੋਂ ਬਾਅਦ ਹੁਣ ਕੁਝ ਸਿਆਸਤ ਦੀਆਂ ਖਬਰਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਰਮਿਆਨ ਜਿਹੜੀ ਸ਼ਬਦ ਦੀ ਜੰਗ ਚੱਲ ਰਹੀ ਹੈ, ਉਸ ਦੇ ਵਿੱਚ ਹੁਣ ਸਿੱਧੂ ਨੇ ਕੇਜਰੀਵਾਲ ਤੇ ਪਲਟਵਾਰ ਕਰਦਿਆਂ ਕਿਹਾ ਕਿ ਬਹਿਸ ਜਿਹੜੀ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ, ਉਹਦੇ ਵਿੱਚ ਭਗਵੰਤ ਮਾਨ ਨੂੰ ਮੂਹਰੇ ਕਰਨ ਦੀ ਬਜਾਏ ਖੁਦ ਮੇਰੇ ਨਾਲ ਬਹਿਸ ਕਰਨ ਦੇ ਲਈ ਅੱਗੇ ਆਓ। ਦਰਅਸਲ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਨਿਯੁਕਤ ਕੀਤਾ ਸੀ ਕਿ ਸਿੱਧੂ ਦੀ ਖੁੱਲੀ ਬਹਿਸ ਦਾ ਚੈਲੰਜ ਕਬੂਲ ਹੈ ਤੇ ਸਾਡੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਬਹਿਸ ਕਰਨਗੇ। ਸੋ ਜਦੋਂ ਸਿੱਧੂ ਨੇ ਕਿਹਾ ਕਿ ਮੈਂ ਮਾਨ ਨਾਲ ਨਹੀਂ ਤੁਹਾਡੇ ਨਾਲ ਬਹਿਸ ਕਰਾਂਗਾ ਤਾਂ ਫਿਰ
ਉਧਰੋਂ ਭਗਵੰਤ ਮਾਨ ਨੇ ਵੀ ਜਵਾਬ ਦੇ ਦਿੱਤਾ ਹੈ। ਕਹਿੰਦੇ ਭਾਜੀ ਡਰਦੇ ਕਿਉਂ ਹੋ, ਆਜੋ ਤੁਸੀਂ ਮੇਰੇ ਨਾਲ ਬਹਿਸ ਕਰ ਲਓ। ਇਸ ਤੋਂ ਬਾਅਦ ਮਾਨ ਨੇ ਲਿਖਿਆ ਹੈ ਕਿ ਸਿੱਧੂ ਸੀਐਮ ਚੰਨੀ ਦੇ ਹਲਕੇ 'ਚ ਰੇਤੇ ਦੀ ਨਾਜਾਇਜ਼ ਮਾਈਨਿੰਗ ਤੇ ਕਿਉਂ ਨਹੀਂ ਬੋਲ ਰਹੇ, ਕਿਹੜੀਆਂ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਚਮਕੌਰ ਸਾਹਿਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੇ ਇੱਕ ਸ਼ਬਦ ਵੀ ਨਹੀਂ ਬੋਲਿਆ, ਚੋਣਵਾਂ ਵਿਰੋਧ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਬਦੀ ਵਾਰ ਨੇ ਇੱਕ ਦੂਸਰੇ ਦੇ ਉੱਤੇ ਕੀਤੇ ਜਾ ਰਹੇ ਨੇ। ਉਧਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੀਤੇ ਹਮਲੇ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਦਾ ਪੂਰਾ ਬਚਾਅ ਕੀਤਾ। ਰਾਣਾ ਗੁਰਜੀਤ ਸਿੰਘ ਨੂੰ ਸਿਆਸਤ ਦਾ ਦਲਾਲ ਦੱਸਿਆ ਹੈ। ਸੁਖਪਾਲ ਖਹਿਰਾ ਨੇ ਫੇਸਬੁੱਕ ਤੇ ਪੋਸਟ ਪਾਈ ਹੈ ਤੇ ਸਿੱਧੂ ਨੂੰ ਇੱਕ ਬੇਦਾਗ ਤੇ ਇਮਾਨਦਾਰ ਲੀਡਰ ਦੱਸਿਆ। ਖਹਿਰਾ ਨੇ ਕਿਹਾ, ਦੋਸਤੋ ਰਾਣਾ ਗੁਰਜੀਤ ਨੂੰ ਨਵਜੋਤ ਸਿੰਘ ਸਿੱਧੂ ਜੋ ਇੱਕ ਬੇਦਾਗ ਤੇ ਇਮਾਨਦਾਰ ਲੀਡਰ ਹੈ ਉਸ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ। ਇੱਕ ਭ੍ਰਿਸ਼ਟ ਤੇ ਦਾਗੀ ਲੀਡਰ ਰਾਜਨੀਤੀ ਵਿੱਚ ਇੱਕ ਦਲਾਲ ਦਾ ਕੰਮ ਕਰ ਰਿਹਾ ਹੈ। ਲੋਕਾਂ ਦੇ ਦਿੱਤੇ ਫਤਵੇ ਨੂੰ ਵੇਚ ਕੇ ਸ਼ਰਾਬ ਤੇ ਖੰਡ ਦੀਆਂ ਮਿੱਲਾਂ ਲਾਉਂਦਾ ਹੈ। ਸਰਕਾਰ ਦੀ ਆੜ ਵਿੱਚ ਰੱਜ ਕੇ ਟੈਕਸ ਚੋਰੀ ਕਰਦਾ ਹੈ। ਯੂਪੀ ਦੀਆਂ ਆਪਣੀਆਂ 4 ਖੰਡ ਮਿੱਲਾਂ ਤੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਹ ਕਾਂਗਰਸ ਵਿੱਚ ਰਹਿ ਕੇ ਬੀਜੇਪੀ ਦੇ ਟਾਊਟ ਵਜੋਂ ਕੰਮ ਕਰਦਾ ਹੈ। ਸੋ ਇੱਕ ਵੱਡਾ ਬਚਾਅ ਕਹਿ ਸਕਦੇ ਹਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ, ਜਿਹੜੇ ਕਿ ਖੁਦ ਈਡੀ ਦੇ ਸ਼ਿਕੰਜੇ ਦੇ ਵਿੱਚ ਫਸੇ ਹੋਏ ਨੇ। ਤੇ ਜਦੋਂ ਤੋਂ ਸੁਖਪਾਲ ਖਹਿਰਾ ਈਡੀ ਦੇ ਸ਼ਿਕੰਜੇ ਵਿੱਚ ਫਸੇ ਹੋਏ ਨੇ ਉਹਨਾਂ ਤੇ ਕੇਸ ਦਰਜ ਕੀਤਾ ਹੋਇਆ ਹੈ। ਜੇਲ੍ਹ ਦੇ ਵਿੱਚ ਨੇ। ਕਿਸੇ ਵੀ ਵੱਡੇ ਸਿਆਸੀ ਲੀਡਰ ਚਾਹੇ ਸਿੱਧੂ ਹੋਣ, ਉਹਨਾਂ ਨੇ ਖਹਿਰਾ ਦੇ ਪੱਖ ਦੇ ਵਿੱਚ ਕਹਿ ਸਕਦੇ ਹਾਂ ਕਿ ਕੋਈ ਆਵਾਜ਼ ਬੁਲੰਦ ਨਹੀਂ ਕੀਤੀ। ਸੋ ਇੱਕ ਦਿਨ ਪਹਿਲਾਂ ਰਾਣਾ ਗੁਰਜੀਤ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ 5 ਸਾਲ ਵੀ ਨਹੀਂ ਹੋਏ ਕਾਂਗਰਸ ਦੇ ਵਿੱਚ ਆਏ ਹੋਏ, ਕਿਰਾਏਦਾਰ ਦੇ ਵਜੋਂ ਇੱਥੇ ਆਇਆ ਹੈਗਾ। ਮੈਂ ਟਕਸਾਲੀ ਲੀਡਰਾਂ ਤੇ ਸਿੱਧੂ ਕਾਂਗਰਸ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ। ਉਸ ਤੇ ਖਹਿਰਾ ਨੇ ਜਵਾਬ ਦਿੱਤਾ। ਡੇਰਾ ਸਿਰਸਾ ਦਾ ਮੁਖੀ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਹਾਈ ਕੋਰਟ ਪਹੁੰਚ ਗਿਆ। ਉਸਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸਜ਼ਾ ਘਟਾਉਣ ਦੀ ਅਪੀਲ ਕੀਤੀ ਹੈ। ਰਾਮ ਰਹੀਮ ਨੂੰ ਸੀਬੀਆਈ ਅਦਾਲਤ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਖਿਲਾਫ ਰਾਮ ਰਹੀਮ ਨੇ ਅਪੀਲ ਦਾਇਰ ਕੀਤੀ ਹੈ ਤੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 31 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਰਾਮ ਰਹੀਮ ਦੇ ਨਾਲ 4 ਹੋਰ ਦੋਸ਼ੀਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਉਹਨਾਂ ਨੂੰ ਦਵਾਈ ਦੇਣ ਦੇ ਬਜਾਏ ਇੱਥੇ ਕੰਮਕਾਜ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ। ਸਿਹਤ ਸੇਵਾਵਾਂ ਦਾ ਕੋਈ ਇੱਥੇ ਹਾਲ ਨਹੀਂ ਹੈ। ਨਰਸਿੰਗ ਸਟਾਫ ਤੇ ਐਨਐਚਐਮ ਕਰਮਚਾਰੀਆਂ ਦੇ ਵੱਲੋਂ ਸੋਮਵਾਰ ਨੂੰ ਫਿਰ ਮੁਕੰਮਲ ਹੜਤਾਲ ਕਰਕੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਪੱਕੇ ਰੁਜ਼ਗਾਰ ਦੀ ਮੰਗ ਕੀਤੀ ਗਈ। ਠੰਡ ਦੇ ਕੜਾਕੇ ਦੇ ਵਿੱਚ ਧੁੰਦ ਵੀ ਲਗਾਤਾਰ ਪੈ ਰਹੀ ਹੈ ਤੇ ਧੁੰਦ ਕਾਰਨ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਨੇ ਅਤੇ ਭਾਰਤੀ ਰੇਲਵੇ ਨੇ ਫਰਵਰੀ ਤੱਕ 62 ਰੇਲ ਗੱਡੀਆਂ ਬੰਦ ਕਰ ਦਿੱਤੀਆਂ ਨੇ, ਕਿਉਂਕਿ ਰੇਲ ਪਟੜੀਆਂ ਤੇ ਵਿਜ਼ਿਬਿਲਟੀ ਦਾ ਪੱਧਰ ਹੈ ਜਿਹੜਾ ਉਹ ਕਾਫੀ ਘਟ ਗਿਆ ਹੈ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਇਹ ਜਿਹੜੀਆਂ ਰੇਲ ਗੱਡੀਆਂ ਨੇ ਬੰਦ ਕੀਤੀਆਂ ਨੇ। ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਖਬਰ ਹੈ। ਭਾਰਤੀ ਯੂਥ ਕਾਂਗਰਸ ਨੇ ਸੋਮਵਾਰ ਨੂੰ ਸੰਸਦ ਦੇ ਨੇੜੇ ਰੋਸ ਮੁਜ਼ਾਹਰਾ ਕਰਦਿਆਂ 3 ਅਕਤੂਬਰ ਨੂੰ ਵਾਪਰੇ ਲਖੀਮਪੁਰ ਖੀਰੀ ਕਤਲकांड ਮਾਮਲੇ ਦੇ ਵਿੱਚ ਬੀਜੇਪੀ ਲੀਡਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ। ਬੀਜੇਪੀ ਤੇ ਵਰਦਿਆਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਕਿਹਾ ਹੈ ਕਿ ਬੀਜੇਪੀ ਦੀ ਕੁਚਲਣ ਤੇ ਖਤਮ ਕਰਨ ਦੀ ਨੀਤੀ ਹੋਰ ਨਹੀਂ ਚੱਲੇਗੀ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ 2014 ਤੋਂ ਲੈ ਕੇ 2021 ਤੱਕ ਭਾਰਤ ਦੇ ਵਿੱਚ IIT, IIM ਤੇ ਕੇਂਦਰੀ ਯੂਨੀਵਰਸਿਟੀਆਂ ਤੇ ਕੇਂਦਰ ਤੋਂ ਫੰਡ ਹਾਸਲ ਕਰਦੀਆਂ ਉੱਚ ਵਿਦਿਅਕ ਸੰਸਥਾਵਾਂ ਦੇ 122 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ 2014 ਤੋਂ ਲੈ ਕੇ 2021 ਤੱਕ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਲੋਕ ਸਭਾ ਦੇ ਵਿੱਚ ਲਿਖਤੀ ਜਵਾਬ ਦਿੱਤਾ ਹੈ, ਜਿਹਦੇ ਵਿੱਚ ਦੱਸਿਆ ਕਿ ਖੁਦਕੁਸ਼ੀ ਕਰਨ ਵਾਲੇ 122 ਵਿਦਿਆਰਥੀਆਂ ਵਿੱਚੋਂ 24 ਵਿਦਿਆਰਥੀ SC, 41 BC ਤੇ 3 ਅਨੁਸੂਚਿਤ ਕਬੀਲੇ ਵਰਗ ਨਾਲ ਸੰਬੰਧਿਤ ਨੇ, ਜਦਕਿ 3 ਵਿਦਿਆਰਥੀ ਜਨਰਲ ਵਰਗ ਦੇ ਨਾਲ ਵੀ ਸੰਬੰਧਿਤ ਨੇ। ਸੋ ਸੋਮਵਾਰ ਨੂੰ ਵੀ ਸਰਦ ਰੁੱਤ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਸੈਸ਼ਨ ਦੀ, ਉਹ ਮੁਲਤਵੀ ਕੀਤੀ ਗਈ। ਪੂਰੇ ਦਿਨ ਦੇ ਲਈ ਮੁਲਤਵੀ ਕੀਤੀ ਗਈ ਕਿਉਂਕਿ ਸਦਨ ਦੇ ਵਿੱਚ ਲਗਾਤਾਰ ਹੰਗਾਮਾ ਹੁੰਦਾ ਰਿਹਾ। ਲਖੀਮਪੁਰ ਖੀਰੀ ਕਤਲकांड ਦਾ ਜਿਹੜਾ ਮਾਮਲਾ ਹੈ ਉਹ ਬਿਲਕੁਲ ਵੀ ਥੰਮ ਨਹੀਂ ਰਿਹਾ ਤੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੈਗੇ ਨੇ, ਵਿਰੋਧੀ ਧਿਰ ਦੇ ਸਾਂਸਦ ਹੈਗੇ ਨੇ, ਲਗਾਤਾਰ ਮੰਗ ਕਰ ਰਹੇ ਨੇ ਕਿ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕੀਤਾ ਜਾਵੇ। ਸਿੱਟ ਨੇ ਰਿਪੋਰਟ ਦੇ ਦਿੱਤੀ ਹੈ ਜਿਹਦੇ ਵਿੱਚ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਗਿਣੀ ਮਿਥੀ ਹੋਈ ਸਾਜ਼ਿਸ਼ ਸੀ ਤਾਂ ਫਿਰ ਕਿਉਂ ਆਸ਼ੀਸ਼ ਮਿਸ਼ਰਾ ਦੇ ਪਿਓ ਨੂੰ ਬਰਖਾਸਤ ਕੀਤਾ ਜਾਂਦਾ, ਕਿਉਂ ਨਹੀਂ ਉਸ ਖਿਲਾਫ ਕਾਰਵਾਈ ਕੀਤੀ ਜਾਂਦੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।